ਅੱਜ ਤੋਂ ਬਾਅਦ ਜਦੋਂ ਵੀ ਕੋਈ ਬਿਮਾਰੀ ਹੋਵੇ 3 ਤੋਂ 5 ਦਿਨ ਵਾਸਤੇ ਪਹਿਲੇ ਖਾਣਾ ਛੱਡੋ, ਭੋਜਨ ਵਧਾ ਦਿਓ। ਭੋਜਨ ਕੀ ਹੈ? ਫਰੂਟ, ਸਲਾਦ, ਨਾਰੀਅਲ ਪਾਣੀ, ਡਰਾਈ ਫਰੂਟਸ, ਸਪਰਾउट्स, इस तरह की चीज़ां सारियां। ਤੇ ਭੋਜਨ ਕੀ ਹੈ? ਜਿਹੜਾ ਖਾਣਾ ਕੀ ਹੈ? ਜਿਹੜਾ ਤੁਸੀਂ ਬਣਾ ਰਹੇ ਹੋ, ਰੋਟੀ, ਸਬਜ਼ੀ, ਕਿਚਨ। ਇਸ ਹਸਪਤਾਲ ਦੇ ਵਿੱਚ ਨਾ ਤਾਂ ਕੋਈ ਆਪਰੇਸ਼ਨ ਥੀਏਟਰ ਹੈ, ਨਾ ਕੋਈ ਵੱਡੇ ਵੱਡੇ ਇੰਸਟਰੂਮੈਂਟ ਨੇ। ਇਹ ਪਾਣੀ ਹੈ ਜਿਹੜਾ ਇੱਥੇ ਇਸ ਦੇ ਜ਼ਰੀਏ ਹੀ ਜਿਹੜਾ ਟ੍ਰੀਟਮੈਂਟ ਹੈ ਉਹ ਕੀਤਾ ਜਾਂਦਾ ਕਿ ਐਵੇਂ ਦੇ ਪਾਣੀ ਦੇ ਟੱਬ 'ਚ ਬਹਿ ਕੇ ਗਰਮ ਪਾਣੀ ਕਰਕੇ ਉਹਦੇ 'ਚ ਬੈਠਣ ਨਾਲ ਬੋਡੀ ਪਸੀਨਾ ਕੱਢਦੀ ਹੈ, ਬੋਡੀ ਦਾ ਜੋ ਵੇਸਟ ਹੈ ਉਹ ਕੱਢਦੀ ਹੈ, ਬੋਡੀ ਆਟੋਮੈਟਿਕਲੀ ਆਪਣੇ ਆਪ ਨੂੰ हील कर दी है। हाँ, मेरा डायलिसिस स्टार्ट हुआ था, 7 डायलिसिस हुआ था। उसके बाद मेरे को हिम्स के बारे में पता चला तो मैंने यहाँ पे आया और इलाज स्टार्ट किया। इतो होने तो बाद कोई डायलिसिस हुआ आपका? नहीं, मेरा कोई लास्ट 15 डेज से मेरा कोई डायलिसिस नहीं हुआ। यही हार्ट इमर्शन चल रहा है 4 दिनों से। ਵੱਡੀ ਤੋਂ ਵੱਡੀ ਬਿਮਾਰੀ ਕੀ ਮੰਨੋਗੇ? ਥੈਲੀਸੀਮੀਆ ਮੰਨੋਗੇ, ਜਿੰਦੇ 'ਚ ਬੋਡੀ ਨੂੰ ਹਰ 12-15 ਦਿਨ ਹਫਤੇ ਬਾਅਦ ਖੂਨ ਚੜਾਉਣਾ ਪੈਂਦਾ ਹੈ। ਤੁਹਾਨੂੰ ਪੇਸ਼ੈਂਟ ਦਵਾ ਠੀਕ ਹੋਇਆ ਹੋਇਆ। ਤੁਸੀਂ ਵੱਡੀ ਤੋਂ ਵੱਡੀ ਬਿਮਾਰੀ ਕਿਡਨੀ ਫੇਲ ਮੰਨੋਗੇ, ਬਈ ਕਿਡਨੀ ਟ੍ਰਾਂਸਪਲਾਂਟ ਕਰਾਉਣੀ ਪੈਂਦੀ ਹੈ। ਮੈਂ ਤੁਹਾਨੂੰ ਪੇਸ਼ੈਂਟ ਦੇਣਾ ਠੀਕ ਹੋਇਆ ਹੋਇਆ। ਲੀਵਰ ਫੇਲ ਪੇਸ਼ੈਂਟ ਨੂੰ ਠੀਕ ਹੋਇਆ ਦੇਣਾ ਤੁਹਾਨੂੰ ਮੈਂ। ਕੈਂਸਰ ਪੇਸ਼ੈਂਟ ਠੀਕ ਹੋਇਆ ਦੇਣਾ ਤੁਹਾਨੂੰ ਮੈਂ। ਇਹ ਤਾਂ ਹੀ ਤਾਂ ਹਸਪੀਟਲ ਸ਼ੁਰੂ ਕਰਨਾ ਪਿਆ। ਕੈਪਸੂਲ ਤੇ ਗੋਲੀ ਹੈ ਸਾਡੇ ਹਸਪੀਟਲ ਦੀ। ਆਹੀ ਕੈਪਸੂਲ ਹੈ, ਆਹੀ ਗੋਲੀ ਹੈ, ਆਹੀ ਹੀਲਿੰग है। खून 5.1 था जिस दिन आए थे, अभी 6.2 खून है, ब्लड है इसका। ਤੁਸੀਂ ਪਲੀਜ਼ ਰੋਵੋ ਨਾ, ਇਹ ਹੌਸਲਾ ਰੱਖੋ, ਹੌਸਲੇ ਤੋਂ ਕੰਮ ਲਵੋ। ਤੇ ਹੁਣ ਤੁਸੀਂ ਸਹੀ ਥਾਂ ਤੇ ਮੈਨੂੰ ਲੱਗਦਾ ਹੈ ਤੁਹਾਡੇ ਹਸਬੰਡ ਵੀ ਕਹਿ ਰਹੇ ਨੇ ਸਹੀ ਥਾਂ ਤੇ ਆਏ ਹੋ। ਇਹ ਬੜੇ ਭਾਵੁਕ ਹੋ ਗਏ ਨੇ। आज तक किसी ने भी बोला था कि बिना डायलिसिस, बिना ट्रांसप्लांट यही किडनी रिपेयर हो सकती है? किसी ने नहीं बोला। ਕੀ ਕਹਿੰਦੇ ਸੀ ਡਾਕਟਰ? ਕੀ ਕਹਿੰਦੇ ਸੀ? अभी ट्रांसफर हो गया। ਲੇਕਿਨ ਜਿਹੜੇ ਸਾਰੀ ਜ਼ਿੰਦਗੀ ਦੀ ਕਮਾਈ ਜਦੋਂ 1 ਲੱਖ ਚਲੀ ਜਾਂਦੀ, ख़त्म कर दी। ਲੇਕਿਨ ਇੱਥੇ ਆ ਕੇ ਕੁਝ ਹੌਸਲਾ ਹੋਇਆ। ਕੀ ਕਹੋਗੇ ਗੁਰੂ ਜੀ? थायराइड की गोली कदों तक खाओ? जिंदगी भर खाओ। बीपी की भी खाओ, जिंदगी भर खाओ। इलाज तो नहीं होया ना। मैं तुहानू इत्थे पेशेंट दिखाना जिन्हां दी 2 महीने 4 महीने दवाई आयुर्वेद वाली भी बंद हो जाती है। कि ये अंबली है, जिवें ये मिलट्स खा रहा है, तुसीं फूड की फोटो दिखा सकते हो। ये मिलट्स हैगे है ਜਿਹੜੇ ਸਬਜ਼ੀਆਂ ਪਾ ਕੇ ਬਣਾਏ ਗਏ ਆ, ਜਿਨ੍ਹਾਂ ਨੂੰ ਆਪਾਂ ਸਭ ਤੋਂ ਬੈਸਟ ਅਨਾਜ ਕਹਿੰਦੇ ਆ। ਨੂੰ ਆਪਾਂ ਅੰਬਲੀ ਬਣਾਣੇ ਆ ਮਿਲਟ ਦੀ ਆ। ਨੂੰ 6 ਘੰਟੇ ਰੱਖ ਕੇ ਨਾ ਸ੍ਰਿਸ਼ਟੀ ਦੀ ਪਾਵਰ ਲੈ ਲਈ, ਇਹਦੇ 'ਚ ਗੁੱਡ ਬੈਕਟੀਰੀਆ ਪੈਦਾ ਕਰ ਲਈ, ਜਿਵੇਂ ਦੁੱਧ ਤੋਂ ਜ਼ਿਆਦਾ ਪਾਵਰਫੁਲ ਦਹੀਂ ਹੈ। ਦੇਖੋ ਜੀ, ਇਹ ਥੈਰੇਪੀ ਹੈ ਜਿਹਨੂੰ ਹੈਡ ਡਾਊਨ ਟਿਲਟ ਬੋਲਦੇ ਆ, ਤੇ ਇਹਦੇ ਉੱਤੇ ਰਿਸਰਚ ਵੀ ਹੋ ਚੁੱਕੀ ਹੈ। ਇਹ ਬੇਸਿਕਲੀ ਕਿਡਨੀ ਫੇਲ ਦੇ ਪੇਸ਼ੈਂਟ ਵਾਸਤੇ ਹੈਗਾ। ਜਿਹੜੇ ਪੋਟਲੀਆਂ, ਇਹ ਹਲਕੀ ਹਲਕੀ ਮਸਾਜ ਹੈ ਜਿਹੜੀ ਪੋਟਲੀ ਨਾਲ ਕੀਤੀ ਜਾ ਰਹੀ ਹੈ। मेरा नींद जो डिस्टर्ब था वो इसके कारण इम्प्रूवमेंट हुआ है। अच्छा नींद आ रहा है। 1.5 घंटा नींद आती थी, आँख खुल जाती थी। अभी बहुत रिलीफ है। अभी 4 दिन में आपने कल रात को कितने घंटे सोए हो लगातार? मैं 12 बजे से 5 बजे तक सोया। 1 साल से पेशाब बंद था? 2 साल से 2 साल से तकरीबन। और उनका पहले तो 2 ड्रॉप या 3 ड्रॉप यूरिन होता था मॉर्निंग में, अभी वो शायद 4 ड्रॉप या 5 ड्रॉप पे आया है। किडनी बिल्कुल फेल थी। 3 महीने बाद ये टेस्ट दोबारा हुआ। कुशल तिवारी 18 अप्रैल को दोबारा टेस्ट हुआ, और अब इसकी किडनी एक ही 3 महीने में 19.5 गुना काम करने लग गई। मेरा लीवर ट्रांसप्लांट हो चुका है आज से 4.5 साल पहले, और उसमें 30-35 लाख रुपए लग चुके हैं, और उसकी दवा खाने से मेरी किडनी खराब हुई। इजराइल ने ते US ਦੇ ਰਿਸਰਚਰਸ ਨੇ 2014 ਦੇ ਅੰਦਰ ਇਹ ਰਿਸਰਚ ਕਰ ਚੁੱਕੇ ਹੈ ਕਿ ਕਿਡਨੀ ਦੇ ਵਿੱਚ ਪਾਵਰ ਹੁੰਦੀ ਹੈ ਆਪਣੇ ਆਪ ਨੂੰ ਹੀਲ ਕਰਨ ਦੀ। 100% ईचिंग मेरी फर्स्ट डे ही आफ्टर वाटर टब के बाद से ठीक हो गई। 100%। 15 जुलाई को आया हूँ, अभी तक मैं दोबारा इंसुलिन नहीं लिया। ਚਾਹੇ ਕਿਡਨੀ ਫੇਲ ਹੋਵੇ, ਚਾਹੇ ਲੀਵਰ ਫੇਲ ਹੋਵੇ, ਚਾਹੇ ਕੈਂਸਰ ਹੋਵੇ, ਚਾਹੇ ਕੋਈ ਹੋਰ ਵੱਡੀ ਬਿਮਾਰੀ ਹੋਵੇ, ਚਾਹੇ ਸ਼ੂਗਰ BP ਹੋਣ, ਉਹ ਸਾਨੂੰ ਤਾਂ ਆਮ ਲੱਗਦੇ ਆ। ਸ਼ੂਗਰ BP ਤਾਂ ਸਾਡੇ ਵਾਸਤੇ ਇੱਕ ਸਰਦੀ ਜ਼ੁਕਾਮ ਖਾਂਸੀ ਹੈਗਾ, ਉਸ ਤਰੀਕੇ ਅਸੀਂ ਠੀਕ ਕਰ ਲੈਂਦੇ ਹਾਂ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ TV ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਤੁਹਾਨੂੰ ਪੰਜਾਬ ਦੇ ਵਿੱਚ ਡੇਰਾ ਬੱਸੀ ਦੇ ਇੱਕ ਅਜਿਹੇ ਹਸਪਤਾਲ ਦੇ ਵਿੱਚ ਲੈ ਕੇ ਆਇਆ। ਉਸ ਹਸਪਤਾਲ ਦੇ ਵਿੱਚ ਨਾ ਤਾਂ ਕੋਈ ਐਲੋਪੈਥੀ ਕੈਪਸੂਲ ਦਿੱਤਾ ਜਾਂਦਾ ਹੈ, ਨਾ ਟੀਕੇ ਲਗਾਏ ਜਾਂਦੇ ਨੇ, ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦਵਾਈ ਜਾਂ ਫਿਰ ਆਪਰੇਸ਼ਨ ਕੀਤਾ ਜਾਂਦਾ ਹੈ। ਪਰ ਮਰੀਜ਼ ਨੂੰ ਇਸ ਥਾਂ ਦੇ ਉੱਤੇ ਆ ਕੇ ਬਹੁਤ ਰਾਹਤ ਮਿਲਦੀ ਹੈ। ਬਹੁਤ ਸਾਰੇ ਮਰੀਜ਼ਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਇਹ ਹਸਪਤਾਲ ਦੇ ਡਾਕਟਰ ਜਿਹੜੇ ਬਚਾ ਚੁੱਕੇ ਨੇ।
ਉਹ ਕਿਵੇਂ ਬਚਾ ਚੁੱਕੇ ਨੇ, ਇਸ ਤਰ੍ਹਾਂ ਦਾ ਕਿਹੜੀ ਇੱਥੇ ਇਲਾਜ ਆ ਜਿਹੜਾ ਕਿਸ ਤਰੀਕੇ ਦਾ ਕੀਤਾ ਜਾਂਦਾ। ਪਰ ਹਾਂ, ਇਸ ਹਸਪਤਾਲ ਦੇ ਵਿੱਚ ਉਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਆ ਜਿਹੜਾ ਬਿਨਾਂ ਦਵਾਈ ਤੋਂ ਕੀਤਾ ਜਾਂਦਾ ਹੈ, ਜਿਨ੍ਹਾਂ ਬਿਮਾਰੀਆਂ ਨੂੰ ਵੱਡੇ ਵੱਡੇ ਹਸਪਤਾਲ ਦੇ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਜਾਂਦਾ ਹੈ। ਅਜਿਹੇ ਦੇ ਵਿੱਚ ਇਸ ਹਸਪਤਾਲ ਦੇ ਵਿੱਚ ਕੀ ਖਾਸ ਰਹਿਣ ਵਾਲਾ ਹੈ, ਇਸ ਹਸਪਤਾਲ ਦੇ ਵਿੱਚ ਕੀ ਖਾਸ ਹੈ, ਅਜਿਹਾ ਇਸ ਹਸਪਤਾਲ ਦੇ ਵਿੱਚ ਕੀ ਹੈ ਕਿ ਜਿਹੜੇ ਡਾਕਟਰ ਨੇ ਜਾਂ ਹੋਰ ਇੱਥੇ ਦੇ ਪ੍ਰਬੰਧਕ ਨੇ ਉਹ ਨਾ ਕੋਈ ਮੈਡੀਸਨ ਦਿੰਦੇ ਨੇ, ਨਾ ਕਿਸੇ ਤਰ੍ਹਾਂ ਦਾ ਕੋਈ ਕੈਪਸੂਲ ਦਿੰਦੇ ਨੇ, ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਇੰਜੈਕਸ਼ਨ ਜਾਂ ਆਪਰੇਸ਼ਨ ਇਸ ਹਸਪਤਾਲ ਦੇ ਵਿੱਚ ਕੀਤਾ ਜਾਂਦਾ। ਪਰ ਜਿਹੜੇ ਮਰੀਜ਼ ਨੇ ਉਹ 9/9 ਹੋ ਕੇ ਜਾਂਦੇ ਨੇ। ਜ਼ਰਾ ਆਓ ਫਿਰ ਦੇਖਦੇ ਹਾਂ ਇੱਥੇ ਕਿਸ ਤਰੀਕੇ ਨਾਲ ਇਲਾਜ ਹੈਗਾ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਕੀਤਾ ਜਾਂਦਾ ਹੈ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਹ ਉਹ ਤਸਵੀਰਾਂ ਨੇ, ਇਹ ਉਹ ਸੈਕਸ਼ਨ ਹੈਗਾ ਜਿਸ ਸੈਕਸ਼ਨ ਦੇ ਵਿੱਚ ਪਾਣੀ ਦੇ ਜ਼ਰੀਏ, ਦੇਖੋ ਤੁਸੀਂ, ਹੋਰ ਹਸਪਤਾਲਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਆਪਰੇਸ਼ਨ ਥੀਏਟਰ ਹੁੰਦੇ ਨੇ, ਇੰਜੈਕਸ਼ਨ ਹੁੰਦੇ ਨੇ, ਸਟਾਫ ਹੁੰਦਾ ਹੈ, ਪਰ ਇਸ ਹਸਪਤਾਲ ਦੇ ਵਿੱਚ ਨਾ ਤਾਂ ਕੋਈ ਆਪਰੇਸ਼ਨ ਥੀਏਟਰ ਹੈ, ਨਾ ਕੋਈ ਵੱਡੇ ਵੱਡੇ ਇੰਸਟਰੂਮੈਂਟ ਨੇ। ਇਹ ਪਾਣੀ ਹੈ ਜਿਹੜਾ ਇੱਥੇ ਇਸ ਦੇ ਜ਼ਰੀਏ ਹੀ ਜਿਹੜਾ ਟ੍ਰੀਟਮੈਂਟ ਹੈ ਉਹ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਵੀਰੇ। हाँ नमस्ते। ਨਮਸਤੇ, ਕੀ ਹਾਲ ਹੈ? हाँ बहुत अच्छा हूँ। ਅੱਛਾ, ਕੀ ਨਾਂ ਹੈ ਤੁਹਾਡਾ, ਕਿੱਥੋਂ ਆਏ ਹੋ? मैं वेस्ट बंगाल से आया हूँ। किथों? वेस्ट बंगाल। बंगाल से। एडी दूरों? हाँ वेस्ट बंगाल। इतनी दूर से आए हैं आप? हाँ तो क्या प्रॉब्लम क्या? मेरा किडनी का प्रॉब्लम है थोड़ा, कि प्रॉब्लम बोलते हैं कि क्रिएटिनिन थोड़ा ज़्यादा हो चुका है, यूरिक एसिड ज़्यादा हो गया, और पैरों में सूजन आया था तो अभी वो घट चुका है। और क्रिएटिनिन मैंने अभी टेस्ट किया है लेकिन रिजल्ट नहीं मिला, लेकिन सस्ता हो तो घट जाएगा। अच्छा, फर्क पड़ा है यहाँ पे आके? हाँ बहुत अच्छा लग रहा है, और हल्का शरीर हल्का हो चुका है, और मेरा जो वीकनेस था वो भी बहुत घट चुका है। अच्छा, ਤੁਸੀਂ डायलिसिस थे हो? हाँ मेरा डायलिसिस स्टार्ट हुआ था, 7 डायलिसिस हुआ था। उसके बाद मेरे को हिम्स के बारे में पता चला तो मैंने यहाँ पे आया और इलाज स्टार्ट किया। इतों आने तो बाद कोई डायलिसिस हुआ आपका? नहीं, मेरा कोई लास्ट 15 डेज से मेरा कोई डायलिसिस नहीं हुआ, यही हॉट इमर्शन चल रहा है 4 दिनों से। अच्छा, कोई अनकंफर्टेबलनेस तो नहीं है? नहीं कुछ नहीं है, पहला दिन थोड़ा हो रहा था, जो पहला दिन था, लेकिन अब तो सर्च हो चुका। लोगों को क्या कहेंगे जो बड़े बड़े हॉस्पिटल्स में चक्कर लगाते हैं? लोगों को तो मैं यही कहूँगा कि हॉस्पिटल जाना छोड़ के पहले से ही यहाँ पे आ जाइए, पहले दिन से यही आए? इनसे यहाँ पे आइए, आपका ट्रीटमेंट स्टार्ट किए और तुरंत ठीक हो जाइए। देखो ਤੁਸੀਂ ਇਹ ਜਿਹੜਾ ਸ਼ਖਸ ਹੈਗਾ, ਇਹ ਨੌਜਵਾਨ ਹੈ, ਇਹ ਪੱਛਮੀ ਬੰਗਾਲ ਤੋਂ ਆਇਆ। ਉਹਨਾਂ ਦਾ ਕਹਿਣਾ ਹੈ ਕਿ ਉਹ ਲੱਖਾਂ ਰੁਪਏ ਖਰਚ ਕਰ ਚੁੱਕਿਆ ਹੈ ਡਾਇਲਿਸਿਸ ਦੇ ਉੱਤੇ ਹੈ, ਤੇ ਹੁਣ 4-5 ਦਿਨਾਂ ਤੋਂ ਤੇ ਉਸ ਨੂੰ ਕਾफ़ी ज़्यादा फ़र्क हैगा। और ਇਹਦਾ 4-5 कितने दिन में डायलिसिस होता था आपका पहले? पहले तो मेरा 2-3 दिन छोड़ के डायलिसिस होता था। अच्छा, तो अब तो फिर आप तो बोल रहे कि 4 दिन हो गए, डायलिसिस की ज़रूरत ही नहीं पड़ी, क्रिएटिनिन नहीं बढ़ा? 4 दिन नहीं, 15 डेज हो चुका है, मैंने डायलिसिस नहीं लिया, 15 डेज से ज़्यादा ही हो गया। पहले 4 दिन के बाद डायलिसिस हुआ था 8 जुलाई को। अच्छा, तो फिर तो बहुत बहुत मुबारकबाद है, आप बहुत जल्दी रिकवर कर रहे हैं। हाँ जी ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਤੁਸੀਂ ਤਸਵੀਰਾਂ ਦੇਖੋ, ਇਹ ਉਹ ਤਸਵੀਰਾਂ ਨੇ ਜਿਹੜੀਆਂ ਬੜੀਆਂ ਹੈਰਾਨ ਕਰ ਦੇਣ ਵਾਲੀਆਂ। ਆਚਾਰੀਆ ਜੀ, ਤੁਸੀਂ ਤੇ ਕਮਾਲ ਕਰ ਰਹੇ ਹੋ। ਇੱਥੇ ਮੁੰਡਾ ਪੱਛਮੀ ਬੰਗਾਲ ਤੋਂ ਤੁਸੀਂ ਬੁਲਾਇਆ, ਆਇਆ ਤੁਹਾਡੇ ਕੋਲ ਤੇ ਕਹਿ ਰਿਹਾ 4ਵੇਂ-5ਵੇਂ ਦਿਨ ਮੇਰਾ ਡਾਇਲਿਸਿਸ ਹੁੰਦਾ ਸੀ, ਤੇ ਅੱਜ 15ਵੇਂ ਦਿਨ ਕਹਿੰਦਾ ਜੀ ਮੈਂ ਟੱਬ 'ਚ ਨਜ਼ਾਰੇ ਲੈ ਰਿਹਾ, ਕੋਈ ਫਿਕਰ ਨਹੀਂ, ਔਰ ਉਹਨੂੰ ਲੱਗਦਾ ਕਿ ਜ਼ਿੰਦਗੀ ਵਾਪਸ ਮੁੜ ਆਈ ਹੈ। ਇਹ ਜਗਾੜ ਕੀ ਲਾਇਆ ਹੋਇਆ ਇੱਥੇ ਤੁਸੀਂ, ਇਸ ਤਰ੍ਹਾਂ ਦਾ ਕੀ ਹੈ? ਸਭ ਸਾਡੇ ਵੇਦਾਂ ਵਿੱਚ, ਗ੍ਰੰਥਾਂ ਵਿੱਚ ਹਜ਼ਾਰਾਂ ਸਾਲ ਪਹਿਲੇ ਟੈਕਨੀਕ ਲਿਖੀਆਂ ਹੋਈਆਂ ਹੈ। ਪੁਰਾਣੇ ਟਾਈਮ ਤੇ ਜਿੰਨੇ ਵੀ ਰਾਜੇ ਮਹਾਰਾਜਾ ਸੀਗਾ ਉਹ ਸਭ ਹਮਾਮ ਲਾਉਂਦੇ ਸੀ, ਜਾਂ ਉਹਨੂੰ ਆਯੁਰਵੇਦ ਵਿੱਚ ਅਵਗਾਸ ਵੇਦ ਕਹਿੰਦੇ ਆ, ਕਿ ਐਵੇਂ ਦੇ ਪਾਣੀ ਦੇ ਟੱਬ ਵਿੱਚ ਬਹਿ ਕੇ ਗਰਮ ਪਾਣੀ ਕਰਕੇ ਉਹਦੇ 'ਚ ਬੈਠਣ ਨਾਲ ਬਾਡੀ ਪਸੀਨਾ ਕੱਢਦੀ ਹੈ, ਬਾਡੀ ਦਾ ਜੋ ਵੇਸਟ ਹੈ ਉਹ ਕੱਢਦੀ ਹੈ, ਬਾਡੀ ਆਟੋਮੈਟਿਕਲੀ ਆਪਣੇ ਆਪ ਨੂੰ ਹੀਲ ਕਰਦੀ ਹੈ, ਰੀਜਨਰੇਟ ਕਰਦੀ ਹੈ। ਪੁਰਾਣੇ ਟਾਈਮ ਵਿੱਚ ਤੁਸੀਂ ਬਾਰਿਸ਼ ਦੇ ਪਾਣੀ ਨਹਾਉਂਦੇ ਸੀ, ਉਹਦਾ ਫਾਇਦਾ ਸੀ ਕਿ ਨੁਕਸਾਨ ਸੀ? ਫਾਇਦਾ ਹੁੰਦਾ ਸੀ। ਅੱਜ ਕੱਲ੍ਹ ਲੋਕਾਂ ਨੇ ਛੱਡਤਾ। ਆਪਾਂ ਨੰਗੇ ਪਾँव ਘਾਸ 'ਤੇ ਖੇਲਦੇ ਸੀ, ਫਾਇਦਾ ਸੀ ਨੁਕਸਾਨ ਸੀ? ਫਾਇਦਾ ਸੀ ਉਹਦਾ। ਹਰ ਚੀਜ਼ ਦਾ ਪੁਰਾਣੀ ਦਾ ਫਾਇਦਾ ਸੀ। ਇਹ ਸਾਨੂੰ ਮਾਡਰਨ ਚਿਕਿਤਸਾ ਪੱਤੀ ਜਾਂ ਮਾਡਰਨ ਡਾਕਟਰ ਜਿਹੜਾ ਮੈਡੀਕਲ ਮਾਫੀਆ ਜਿਹਨੂੰ ਸੰਚਾਲਿਤ ਕਰਦਾ, ਇਹਨਾਂ ਦੇ ਸਭ ਦਿਮਾਗ ਵਿੱਚ ਗਲਤ ਫਹਿਮੀਆਂ ਪਾਤੀਆਂ। ਉਹ ਮੁੰਡਾ ਕਹਿ ਰਿਹਾ ਆਚਾਰੀਆ ਜੀ ਕਿ ਮੈਂ ਅਗਰ ਪਹਿਲਾਂ ਆ ਜਾਂਦਾ ਇੱਥੇ ਤਾਂ ਮੈਨੂੰ ਡਾਇਲਿਸਿਸ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ ਸੀ। ਇਹ
ਫਿਰ ਜਿਹੜੇ ਹਸਪਤਾਲ ਨੇ ਵੱਡੇ ਹਸਪਤਾਲ ਨੇ ਆਚਾਰੀਆ ਜੀ, ਵੱਡੇ ਪੈਕੇजेस ਨੇ ਉੱਥੇ ਬੰਦੇ ਦੀ ਅਸੀਂ ਕਹਿ ਲਈਏ ਕਿ ਸਾਰੀ ਜ਼ਿੰਦਗੀ ਉਹ ਕਮਾਉਣ ਤੇ ਲਗਾ ਦਿੰਦਾ ਹੈ ਤੇ ਸਾਲ ਡੇਢ ਸਾਲ ਦੇ ਵਿੱਚ ਉਹ ਖਾਲੀ ਹੋ ਕੇ ਤੁਰ ਜਾਂਦਾ ਹੈ। ਮੈਂ ਇਸ ਤਰ੍ਹਾਂ ਦੇ ਵੀ ਪਰਿਵਾਰਾਂ ਨੂੰ ਜਾਣਦਾ ਜੋ ਕਿਸੇ ਵੇਲੇ ਅਰੂਸ ਤੇ ਸੀ, ਇੱਕ ਬਿਮਾਰੀ ਲੱਗੀ ਤੇ ਉਸ ਤੋਂ ਬਾਅਦ ਉਹ ਅਰਸ਼ਾਂ ਤੋਂ ਫਰਸ਼ ਤੇ ਆ ਗਏ। ਤੇ ਇੱਥੇ ਤਾਂ ਫਿਰ ਇਦਾਂ ਦੇ ਲੋਕਾਂ ਨੂੰ ਅਸੀਂ ਬਚਾਉਣ ਦੀ ਤੁਸੀਂ ਤੇ ਬਹੁਤ ਵੱਡਾ ਕੰਮ ਕਰ ਰਹੇ ਹੋ। ਦੇਖੋ ਬੇਸਿਕਲੀ ਨਾ, ਤੁਸੀਂ ਜਦੋਂ ਛੋਟੇ ਸੀ, ਤੁਸੀਂ ਜਦੋਂ ਬਿਮਾਰ ਪੈਂਦੇ ਸੀ, ਸਾਡੇ ਘਰੇ ਇੱਕ ਆਪਸ਼ਨ ਹੁੰਦਾ ਸੀ, ਦੇਸੀ ਡਾਕਟਰ, ਅੰਗਰੇਜ਼ੀ ਡਾਕਟਰ। ਇਹ ਦੇਸੀ ਡਾਕਟਰ ਦਾ ਕੰਮ ਹੈ। ਐਕਚੁਅਲ ਵਿੱਚ ਜਦੋਂ ਤੁਹਾਨੂੰ ਵੱਡੀ ਤਕਲੀਫ ਆਉਂਦੀ ਹੈ, ਤੁਸੀਂ ਸੋਚਦੇ ਹੋ ਵੱਡਾ ਡਾਕਟਰ ਵੱਡੀ ਚੀਜ਼, ਵੱਡਾ ਡਾਕਟਰ ਵੱਡੀ ਲੁੱਟ, ਇਹ ਬੋਲੋ ਨਾਲ ਤੁਸੀਂ। ਇਹ ਛੋਟੇ ਡਾਕਟਰ ਨੇ, ਇਹ ਆਯੁਰਵੇਦ ਨਾਲ, ਧਰਤੀ ਨਾਲ ਜੁੜੇ ਹੋਏ ਨੇ, ਇਹ ਬਿਮਾਰੀ ਦੀ ਜੜ ਤੇ ਕੰਮ ਕਰਦੇ ਆ, ਤਾਂ ਹੀ ਉਹਦਾ ਫਾਇਦਾ ਹੋਏਗਾ। ਅਦਰਵਾਈਜ਼ ਇਹ ਦੇਸ਼ ਐਵੇਂ ਹੀ ਲੁੱਟਦਾ ਰਹੇਗਾ। ਇਹ ਸਾਰੀ ਦੇਸ਼ ਨੂੰ ਸੋਚਣਾ ਪਏਗਾ ਕਿ ਅਗਰ ਤੁਹਾਨੂੰ ਕੋਈ ਵੀ ਬਿਮਾਰੀ ਹੈ, ਪਹਿਲੇ ਆਪਣੇ ਦੇਸ਼ ਦੀ ਪੈਥੀ, ਆਯੁਰਵੇਦ, ਨੈਚੁਰੋਪੈਥੀ 'ਤੇ ਵਿਸ਼ਵਾਸ ਕਰੋ, ਪਹਿਲੇ ਉੱਥੇ ਆਓ। ਨਹੀਂ ਤਾਂ ਐਵੇਂ ਹੀ ਤੁਹਾਡੇ ਗਲਤ ਇਲਾਜ ਤੇ ਗਲਤ ਟ੍ਰੀਟਮੈਂਟ ਕੀਤੇ ਜਾਣਗੇ। ਇਹਨਾਂ ਨੂੰ ਕੋਈ ਨਹੀਂ ਸਿਖਾਉਂਦਾ ਕਿ ਇਹੀ ਕਿਡਨੀ ਰਿਜੂਨੇਟ ਕਰ ਸਕਦੀ ਹੈ, ਇਹੀ ਕਿਡਨੀ ਆਪਣੇ ਆਪ ਨੂੰ ਹੀਲ ਕਰ ਸਕਦੀ ਹੈ, ਰਿਪੇਅਰ ਹੋ ਸਕਦੀ ਹੈ। ਪਰ ਮਾਫ ਕਰਨਾ ਆਚਾਰੀਆ ਜੀ, ਅਸੀਂ ਡਾਕਟਰ ਕੋਲ ਚਲੇ ਜਾਂਦੇ ਆ, ਡਾਕਟਰ ਸਾਨੂੰ ਇਹ ਕਹਿ ਦਿੰਦਾ, ਮੈਂ ਬਹੁਤ ਸਾਰੇ ਲੋਕਾਂ ਨੂੰ ਖੁਦ ਵੀ ਲੈ ਕੇ ਗਿਆ, ਆਪਣੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਗਿਆ, ਕਿਸੇ ਦੀ ਕਿਡਨੀ ਦੇ ਵਿੱਚ ਪੱਥਰੀ ਬਣ ਗਈ, ਸਟੋਨ ਆ ਗਿਆ, ਤੇ ਡਾਕਟਰ ਇਸ ਹੱਦ ਤੱਕ ਡਰਾ ਦਿੰਦਾ ਹੈ ਕਿ ਇਹਨੂੰ ਫਟਾਫਟ ਰਿਮੂਵ ਕਰਵਾਓ, ਆਪਰੇਸ਼ਨ ਕਰਵਾਓ, ਨਹੀਂ ਤਾਂ ਫਿਰ ਇਹ ਕੈਂਸਰ ਬਣ ਜਾਂਦਾ। ਤੇ ਤੁਸੀਂ ਕਹਿ ਰਹੇ ਹੋ ਕਿ ਇੱਥੇ ਸਾਰਾ ਕੁਝ ਹੌਲੀ ਹੌਲੀ ਤੁਸੀਂ ਬਾਹਰ ਕੱਢ ਦਿੰਦੇ ਹੋ। ਸਰ, ਸਿਰ ਤੋਂ ਲੈ ਕੇ ਪਾਉਂ ਤੱਕ ਕੋਈ ਮਰਜ਼ੀ ਬਿਮਾਰੀ ਦਾ ਨਾਂ ਦੱਸੋ, ਤੁਹਾਨੂੰ ਪੇਸ਼ੈਂਟ ਦਾ ਨਾਮ, ਨੰਬਰ, ਐਡਰੈਸ ਦਿੰਦੇ ਆ। ਵੱਡੀ ਤੋਂ ਵੱਡੀ ਬਿਮਾਰੀ ਦੱਸੋ। ਵੱਡੀ ਤੋਂ ਵੱਡੀ ਬਿਮਾਰੀ ਕੀ ਮੰਨੋਗੇ? ਥੈਲੀਸੀਮੀਆ ਮੰਨੋਗੇ, ਜਿੰਦੇ 'ਚ ਬੋਡੀ ਨੂੰ ਹਰ 12-15 ਦਿਨ, ਹਫਤੇ ਬਾਅਦ ਖੂਨ ਚੜਾਉਣਾ ਪੈਂਦਾ ਹੈ, ਤੁਹਾਨੂੰ ਪੇਸ਼ੈਂਟ ਦੇਵਾਂ ਠੀਕ ਹੋਇਆ। ਤੁਸੀਂ ਵੱਡੀ ਤੋਂ ਵੱਡੀ ਬਿਮਾਰੀ ਕਿਡਨੀ ਫੇਲ ਮੰਨੋਗੇ, ਬਈ ਕਿਡਨੀ ਟ੍ਰਾਂਸਪਲਾਂਟ ਕਰਾਉਣੀ ਪੈਂਦੀ ਹੈ, ਮੈਂ ਤੁਹਾਨੂੰ ਪੇਸ਼ੈਂਟ ਦੇਣਾ ਠੀਕ ਹੋਇਆ। ਲੀਵਰ ਫੇਲ ਪੇਸ਼ੈਂਟ ਨੂੰ ਠੀਕ ਹੋਇਆ ਦੇਣਾ ਤੁਹਾਨੂੰ ਮੈਂ, ਕੈਂਸਰ ਪੇਸ਼ੈਂਟ ਠੀਕ ਹੋਇਆ ਦੇਣਾ ਤੁਹਾਨੂੰ ਮੈਂ। ਇਹ ਤਾਂ ਹੀ ਤਾਂ ਹਸਪੀਟਲ ਸ਼ੁਰੂ ਕਰਨਾ ਪਿਆ। ਤੇ ਹਰ ਇੱਕ ਮੈਡੀਸਨ ਜਿਹੜੀ ਤੁਸੀਂ ਖਾ ਰਹੇ ਹੋ, ਬੀਪੀ ਦੀ ਗੋਲੀ ਖਾ ਰਹੇ ਹੋ ਨਾ, ਤੁਸੀਂ ਸਿਰਫ ਗੂਗਲ 'ਤੇ ਮੈਡੀਸਨ ਦਾ ਨਾਮ ਪਾਓ ਤੇ ਲਿਖੋ ਨੌਨ ਸਾਈਡ ਇਫੈਕਟ, ਇੰਨੀ ਸਾਰੀ ਲਿਸਟ ਖੁੱਲ ਜਾਏਗੀ। ਤੁਸੀਂ ਬੋਲੋ ਬੀਪੀ, ਸ਼ੂਗਰ ਦੀ ਗੋਲੀ ਦਾ ਸਾਈਡ ਇਫੈਕਟ, ਇੰਨੀ ਸਾਰੀ ਲਿਸਟ ਖੁੱਲ ਜਾਏਗੀ। ਜਦੋਂ ਤੁਸੀਂ ਸਾਈਡ ਇਫੈਕਟ ਵਾਲੀ ਚੀਜ਼ਾਂ ਖਾਓਗੇ ਤੇ ਸਾਈਡ ਇਫੈਕਟ ਭੁਗਤੋਗੇ ਨਾ, ਤੇ ਕਿਡਨੀ ਫੇਲ ਠੀਕ ਹੋ ਸਕਦਾ ਹੈ, ਲੀਵਰ ਫੇਲ ਠੀਕ ਹੋ ਸਕਦਾ ਹੈ, ਬਸ਼ਰਤੇ ਤੁਹਾਨੂੰ ਆਯੁਰਵੇਦ ਤੇ ਭਰੋਸਾ ਕਰਨਾ ਪਏਗਾ, ਨੈਚੁਰੋਪੈਥੀ ਤੇ ਭਰੋਸਾ ਕਰਨਾ ਪਏਗਾ। ਇਹ ਹਿੰਦੁਸਤਾਨ ਦਾ ਪਹਿਲਾ ਹਸਪੀਟਲ ਹੈ ਜਿਹਦਾ ਨਾਮ ਹੈ ਹਿਮਸ, ਹਸਪੀਟਲ ਐਂਡ ਇੰਸਟੀਟਿਊਟ ਆਫ ਇੰਟੀਗ੍ਰੇਟਿਡ ਮੈਡੀਕਲ ਸਾਇੰਸਿਸ, ਜਿਹਦਾ ਮਤਲਬ ਹੁੰਦਾ ਸਾਰੀ ਪੈਥੀਆਂ, ਆਯੁਰਵੇਦ, ਨੈਚੁਰੋਪੈਥੀ, ਹੋਮਿਓਪੈਥੀ, ਐਲੋਪੈਥੀ ਤੇ ਸਾਰੀ ਪੈਥੀਆਂ ਨੇ। ਐਲੋਪੈਥੀ ਦਾ ਸਿਰਫ ਅਸੀਂ ਡਾਇਗਨੋਸਿਸ ਯੂਜ਼ ਕਰਦੇ ਹਾਂ ਤੇ ਐਮਰਜੈਂਸੀ ਮਾੜੀ ਮੋਟੀ ਕਦੀ ਯੂਜ਼ ਕਰਦੇ ਹਾਂ, ਅਦਰਵਾਈਜ਼ ਸਾਰਾ ਟ੍ਰੀਟਮੈਂਟ ਆਯੁਰਵੇਦ ਤੇ ਨੈਚੁਰੋਪੈਥੀ ਨਾਲ ਹੋ ਰਿਹਾ। ਇਹ ਟ੍ਰੀਟਮੈਂਟ ਹੈ ਕੀ? ਇਹ ਟ੍ਰੀਟਮੈਂਟ ਹੈ ਬੋਡੀ ਨੂੰ ਸੈਲਫ ਹੀਲ ਕਰਨ ਦਾ। ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਦੁਨੀਆ 'ਚ ਕੋਈ ਵੀ ਜਾਨਵਰ ਅਗਰ ਬਿਮਾਰ ਪੈ ਜਾਂਦਾ ਉਹ ਕੀ ਕਰਦਾ ਹੈ? ਉਹ ਪਹਿਲਾਂ ਤਾਂ ਖਾਣਾ ਛੱਡ ਦਿੰਦੇ ਜੀ। ਸਾਡੇ ਮੱਝਾਂ, ਗਾਵਾਂ, ਕੁੱਤੇ ਰੱਖੇ ਹੈ, ਅਗਰ ਉਹ ਬਿਮਾਰ ਹੁੰਦੇ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਲੱਗਦਾ ਕਿ ਜਦੋਂ ਉਹ ਚਾਰਾ ਨਹੀਂ ਖਾਂਦੇ ਜਾਂ ਰਿਐਕਟ ਨਹੀਂ ਕਰਦੇ ਤਾਂ ਉਹ ਸਮਝ ਲੈਂਦੇ ਅਸੀਂ ਬਿਮਾਰ ਹਾਂ। ਤੇ ਉਹ ਕੁੱਤਾ ਕਿਹੜੇ ਸਕੂਲ, ਕਿਹੜੀ ਯੂਨੀਵਰਸਿਟੀ, ਕਿਹੜੇ ਕਾਲਜ ਜਾਂਦਾ ਹੈ? ਉਹ ਕਿਸੇ 'ਚ ਵੀ ਨਹੀਂ ਜਾਂਦਾ ਜੀ। ਉਹਨੂੰ ਪਤਾ ਉਹਨੇ ਮਾਪਿਓ ਵੀ ਕੌਣ ਨੇ, ਉਹਨੂੰ ਕਿਹਨੇ ਸਿਖਾਇਆ? ਤੇ ਇਨਸਾਨ ਦਾ ਦਿਮਾਗ ਇੰਨਾ ਕੁ ਠੁੱਸ ਹੋ ਗਿਆ ਕਿ ਉਹਨੂੰ ਇਹੀ ਨਹੀਂ ਪਤਾ ਚੱਲਦਾ ਬਿਮਾਰ ਹੁੰਦੇ ਕਰਨਾ ਕੀ ਹੈ। ਤੁਸੀਂ ਵੀ ਬਿਮਾਰ ਹੁੰਦੇ ਖਾਣਾ ਛੱਡਣਾ ਹੁੰਦਾ ਹੈ, ਭੋਜਨ ਖਾਣਾ ਹੁੰਦਾ ਹੈ, ਖਾਣਾ ਛੱਡਣਾ ਹੁੰਦਾ ਹੈ। ਖਾਣਾ ਤੇ ਭੋਜਨ 'ਚ ਵੀ ਫਰਕ ਹੈਗਾ। ਉਹ ਕੀ ਜੀ? ਖਾਣਾ ਉਹ ਹੈ ਜੋ ਇਨਸਾਨ ਬਣਾਉਂਦਾ ਹੈ, ਭੋਜਨ ਉਹ ਹੈ ਜੋ ਇਨਸਾਨ ਭਗਵਾਨ ਬਣਾਉਂਦਾ ਹੈ। ਤੇ ਭੋਜਨ ਖਾਓ, ਖਾਣਾ ਛੱਡੋ, ਜਦੋਂ ਬਿਮਾਰ ਪਾਓ ਆਪੇ ਬੋਡੀ ਠੀਕ ਕਰ ਲੈਂਦੀ ਆਪਣੇ ਆਪ। ਕੀ ਬਾਤ ਹੈ, ਬਹੁਤ ਵਧੀਆ ਫਾਰਮੂਲਾ ਤੁਸੀਂ ਦੱਸਿਆ। ਅੱਜ ਤੋਂ ਬਾਅਦ ਜਦੋਂ ਵੀ ਕੋਈ ਬਿਮਾਰੀ ਹੋਵੇ 3 ਤੋਂ 5 ਦਿਨ ਵਾਸਤੇ ਪਹਿਲੇ ਖਾਣਾ ਛੱਡੋ, ਭੋਜਨ ਵਧਾ ਦਿਓ। ਭੋਜਨ ਕੀ ਹੈ? ਫਰੂਟ, ਸਲਾਦ, ਨਾਰੀਅਲ ਪਾਣੀ, ਡਰਾਈ ਫਰੂਟਸ, ਸਪਰਾਊਟਸ, ਇਸ ਤਰ੍ਹਾਂ ਦੀ ਚੀਜ਼ਾਂ ਸਾਰੀਆਂ। ਤੇ ਭੋਜਨ ਕੀ ਹੈ? ਜਿਹੜਾ ਤੁਸੀਂ ਖਾਣਾ ਕੀ ਹੈ? ਜਿਹੜਾ ਤੁਸੀਂ ਬਣਾ ਰਹੇ ਹੋ, ਰੋਟੀ, ਸਬਜ਼ੀ, ਕਿਚਨ ਨਹੀਂ। ਰਸੋਈ ਤਾਂ ਵਧੀਆ ਹੈ, ਲੋਕ ਬਣਾ ਰਹੇ ਕਿਚਨ ਵਿੱਚ। ਰਸੋਈ ਤਾਂ ਰਸ ਦੀ ਭਰੀ ਹੋਈ ਹੈ, ਕਿਚਨ ਦਾ ਮਤਲਬ ਕਿਚਕਿਚ ਵਾਲੀ ਹੈ। ਰਸੋਈ ਤੇ ਕਿਚਨ ਵਿੱਚ ਫਰਕ ਹੈਗਾ। ਤੇ ਆਪਾਂ ਰਸੋਈ ਵਿੱਚ ਰਸ ਸੀਗਾ ਪਹਿਲੇ, ਮੀਨਸ ਨੈਚੁਰਲ ਸੀ। ਅੱਜ ਕੱਲ੍ਹ ਹੈ ਕਿਚਨ, ਉੱਥੇ ਖਾਣਾ ਪੱਕਦਾ ਤਾਂ ਘਰੇ ਕਿਚਕਿਚ ਵੀ ਹੁੰਦੀ ਹੈ, ਕਿਉਂਕਿ ਆਪਾਂ ਪਕਾ ਦਿੰਦੇ ਹਾਂ, ਬਣਾ ਦਿੰਦੇ ਹਾਂ, ਉਹਨੂੰ ਠੰਡਾ ਵਾਰੀ ਗਰਮ ਕਰ ਰਹੇ ਹਾਂ, ਕੁਝ ਵੀ ਕਰ ਰਹੇ ਹਾਂ। ਮੈਂ ਸਿਰਫ ਇਹ ਚਾਹੁੰਦਾ ਤੁਸੀਂ ਇਸ ਕਨਸੈਪਟ ਵਾਸਤੇ ਆਪਾਂ ਇਹ ਪੂਰਾ ਤੁਸੀਂ ਟੱਬ ਦਾ ਵੀਡੀਓ ਲੈ ਲਓ। ਆਪਾਂ ਬੈਠ ਕੇ ਮੈਂ ਤੁਹਾਨੂੰ ਦੱਸ ਦੂੰਗਾ ਕਿ ਆਯੁਰਵੇਦਾ ਕਿਉਂ ਪਿੱਛੇ ਰਹਿ ਗਿਆ ਤੇ ਐਲੋਪੈਥੀ ਨੇ ਕਿਉਂ ਕਬਜ਼ਾ ਕਰ ਲਿਆ। ਆਪਾਂ ਪੂਰੀ ਇਸ 'ਤੇ ਗੱਲ ਕਰਦੇ ਹਾਂ। ਬਿਲਕੁਲ ਗੱਲ ਕਰਾਂਗੇ। ਨਾਲ ਤੁਹਾਨੂੰ ਅਸੀਂ ਇਸ ਹਸਪੀਟਲ ਦੇ ਵਿੱਚ ਜਿਹੜਾ ਕੰਸੈਪਟ ਹੈਗਾ, ਕਿੰਨੇ ਕੰਸੈਪਟ ਹੈਗੇ ਨੇ, ਵੱਖ-ਵੱਖ ਤਰ੍ਹਾਂ ਦੇ ਕੰਸੈਪਟ ਇੱਥੇ ਸ਼ੁਰੂ ਕੀਤੇ ਗਏ ਨੇ, ਨਾਲ ਅਸੀਂ ਗੱਲਬਾਤ ਵੀ ਕਰਾਂਗੇ ਔਰ ਸਮਝਾਂਗੇ ਵੀ। ਇੱਧਰ ਆਇਓ, ਤੁਸੀਂ ਦੇਖੋਗੇ ਨਾ ਜੀ, ਇਹ ਸਵੇਰੇ ਜਿਹੜਾ ਲੌਨ ਦਿਖ ਰਿਹਾ ਤੁਹਾਨੂੰ ਜੀ, ਇੱਥੇ ਰੋਜ਼ ਸਵੇਰੇ ਯੋਗਾ ਕਲਾਸ ਹੁੰਦੀ ਹੈ। ਨੰਗੇ ਪਾਉਂ ਇੱਥੇ ਦੀ ਥੈਰੇਪੀ ਹੈ। ਨੰਗੇ ਪਾਉਂ ਰੋਜ਼ ਸਵੇਰੇ ਤੇ ਸ਼ਾਮੀ
15-15 ਮਿੰਟ ਲੋਕਾਂ ਨੂੰ ਨੰਗੇ ਪਾँव ਘਾਸ ਤੇ ਘੁੰਮਣਾ ਹੈ। ਬਾਰਿਸ਼ ਆਂਦੀ ਹੈ, ਬੋਲ ਰਿਹਾ ਬਾਰਿਸ਼ ਦੇ ਪਾਣੀ ਨਾਓ। ਪਰ ਮਾਫ ਕਰਨਾ, ਸਾਡਾ ਟ੍ਰੈਂਡ ਆਚਾਰਿਆ ਜੀ ਤੁਹਾਡੇ ਤੋਂ ਬਿਲਕੁਲ ਹਟ ਗਿਆ ਹੈ। ਸਾਡੇ ਵਰਗਿਆਂ ਨੇ ਜੇ ਸੈਰ ਕਰਨ ਜਾਣਾ ਵੀ ਹੈ ਤਾਂ ਸਾਡੇ ਪੂਮਾ ਦੇ ਬੂਟ ਪਾਏ ਹੁੰਦੇ ਨੇ, ਸਾਡੇ ਹੈੱਡਫੋਨ ਸਾਡੇ ਕੰਨਾਂ ਦੇ ਵਿੱਚ ਲੱਗੇ ਹੁੰਦੇ ਨੇ, ਤੇ ਫਿਰ ਅਸੀਂ ਕਹਿੰਦੇ ਯਾਰ ਸੈਰ ਕਰ ਰਹੇ ਹਾਂ, ਪੇਟ ਨਹੀਂ ਘਟ ਰਿਹਾ, ਵਜ਼ਨ ਨਹੀਂ ਘਟ ਰਿਹਾ, ਫਿਰ ਉਹੀ ਕਾਰਨ ਮੈਨੂੰ ਲੱਗਦਾ। ਸਰ ਤੁਸੀਂ ਦੇਖੋ, ਆਪਣੇ ਮਾਂ ਕਿਹਨੂੰ ਕਿਹਨੂੰ ਕਿਹਾ ਗਿਆ ਹਿੰਦੁਸਤਾਨ ਵਿੱਚ, ਧਰਤੀ ਤੇ ਮਾਂ ਕਿਹਨੂੰ ਕਿਹਨੂੰ ਕਿਹਾ ਗਿਆ, ਮਤਲਬ ਆਪਣੇ ਆਯੁਰਵੇਦ ਦੇ ਅੰਦਰ, ਵੇਦਾਂ ਦੇ ਅੰਦਰ ਮਾਂ ਕਿਹਨੂੰ ਕਿਹਨੂੰ ਕਿਹਾ ਹੈ ਦੱਸੋ? ਮਾਂ ਤੇ ਧਰਤੀ ਮਾਂ ਨੂੰ ਕਹਿੰਦੇ ਨੇ, ਤੇ ਗਾਂ ਨੂੰ ਮਾਂ ਕਹਿੰਦੇ ਆ ਤੇ ਧਰਤੀ ਨੂੰ ਮਾਂ ਕਹਿੰਦੇ ਆ, ਆਪਣੀ ਮਾਂ ਨੂੰ ਮਾਂ ਕਹਿੰਦੇ ਆ। ਆਪਣੀ ਮਾਂ ਦੀ ਗੋਦ 'ਚ ਸਰ ਰੱਖ ਕੇ ਲੇਟੋ ਜਾਂ ਬੈਠੋ, ਉਹਦਾ ਫਾਇਦਾ ਦੱਸੋ? ਬਹੁਤ ਫਾਇਦਾ ਜੀ। ਮੈਨੂੰ ਉਹਦਾ ਬੰਦਾ, ਮਾਂ ਸਿਰ ਤੇ ਹੱਥ ਫੇਰਦੀ ਹੈ, ਆਸ਼ੀਰਵਾਦ ਦਿੰਦੀ ਹੈ, ਪਿਆਰ ਦਿੰਦੀ ਹੈ। ਜਦੋਂ ਵੀ ਤੁਸੀਂ ਇਸ ਧਰਤੀ ਨੂੰ ਮਾਂ ਸਮਝ ਕੇ ਇਹਦੇ ਤੇ ਬੈਠੋਗੇ, ਇਹਦੇ ਤੇ ਲੇਟੋਗੇ, ਇਹਦੇ ਤੇ ਨੰਗੇ ਪਾँव ਚੱਲੋਗੇ ਨਾ, ਇਹ ਉਹੀ ਸਾਰੇ ਕੰਮ ਕਰੇਗੀ। ਡਿਪਰੈਸ਼ਨ, ਐਨੈਕਜ਼ਾਈਟੀ, ਸੀਜ਼ੋਫਰੇਨੀਆ, ਮੈਨੀਆ, ਜਿੰਨੀ ਵੀ ਤੁਸੀਂ ਗੋਲੀਆਂ ਖਾ ਰਹੇ ਹੋ ਦਿਮਾਗੀ ਤੌਰ ਦੀ ਬਿਮਾਰੀਆਂ ਦੀਆਂ, ਉਹ ਗੋਲੀਆਂ ਛੁੱਟ ਜਾਣਗੀਆਂ, ਨੀਂਦ ਆਉਣੀ ਲੱਗ ਜਾਏਗੀ ਜਦੋਂ ਤੁਸੀਂ ਇਸ ਮਾਂ ਨੂੰ ਮਾਂ ਸਮਝ ਲੱਗ ਜਾਓਗੇ। ਤਾਂ ਕੀ ਬਾਤ ਹੈ, ਬਹੁਤ ਅੱਛੇ ਹੁਣ ਕਨਸੈਪਟ। ਆਪਾਂ ਇਸ ਮਾਂ ਨੂੰ ਜੁੱਤੀਆਂ ਚੱਪਲਾਂ ਨਾਲ ਰੋਦਦੇ ਆ ਉਸ ਘਾਸ ਨੂੰ, ਜਦ ਕਿ ਨੰਗੇ ਪਾँव ਘੁੰਮੋਗੇ ਉਹ ਘਾਸ ਕਦੀ ਖਰਾਬ ਨਹੀਂ ਹੁੰਦੀ, ਲੇਕਿਨ ਤੁਸੀਂ ਜੁੱਤੇ ਲੈ ਕੇ ਚੱਲੋਗੇ ਨਾ, ਥੋੜੇ ਦਿਨ ਬਾਅਦ ਦੇਖੋਗੇ ਉਹ ਘਾਸ ਮਰ ਜਾਏਗੀ, ਉਹ ਹਿੱਸਾ ਗੰਜਾ ਹੋ ਜਾਏਗਾ, ਉਹ ਹਿੱਸੇ ਤੇ ਘਾਸ ਵੀ ਨਹੀਂ ਉਗੇਗੀ, ਕਿਉਂਕਿ ਬੋਡੀ એનર્ਜੀ ਲੈ ਤੇ ਦੇ ਰਹੀ ਹੈ, ਐਕਸਚੇਂਜ ਹੋ ਰਿਹਾ ਹੈ। ਨੈਗੇਟਿਵ એનર્ਜੀ ਲੈ ਰਹੀ ਹੈ, ਪੋਜ਼ਿਟਿਵ એનર્ਜੀ ਦੇ ਰਹੀ ਹੈ। ਤੇ ਇਹ ਤਾਂ ਹੋ ਗਿਆ ਤੁਹਾਡਾ ਇਹ ਕਨਸੈਪਟ। ਇਹਦੇ ਇਲਾਵਾ ਤੁਹਾਨੂੰ ਆਪਣੇ ਇੱਥੇ ਹੋਰ ਥੈਰੇਪੀਆਂ, ਪੰਚਕਰਮਾ ਸੈਕਸ਼ਨ, ਉਹ ਸਭ ਦਿਖਾਣੇ ਆ ਤੇ ਆਪਾਂ ਫਿਰ ਅੱਗੇ ਚੱਲਦੇ ਹਾਂ। ਆਓ ਜੀ ਆਓ। ਆਚਾਰਿਆ ਜੀ, ਗੱਲਾਂ ਬਹੁਤ ਵਧੀਆ ਨੇ, ਲੇਕਿਨ ਅੱਜ ਕੱਲ੍ਹ ਜਿਹੜੀਆਂ ਤੁਸੀਂ ਦੱਸ ਰਹੇ ਹੋ ਕਿ ਧਰਤੀ ਨੂੰ ਅਸੀਂ ਮਾਂ ਸਮਝੀਏ, ਤਾਂ ਉਹ ਸਾਨੂੰ ਜਿਹੜੀ ਪੋਜ਼ਿਟਿਵ એનર્ਜੀ ਦਿੰਦੀ ਹੈ, ਸਾਡੀਆਂ ਬਿਮਾਰੀਆਂ ਖਿੱਚ ਲੈਂਦੀ ਹੈ, ਤੇ ਪਰ ਸਾਨੂੰ ਤਾਂ ਬਹੁਤ ਕੁਝ ਉਲਟਾ ਸਿਖਾ ਦਿੱਤਾ ਗਿਆ। ਸਰ ਉਲਟਾ ਸਿਖਾਣਗੇ ਤਾਂ ਹੀ ਤਾਂ ਬਿਜ਼ਨਸ ਬਣੇਗਾ ਨਾ। ਹੁਣ ਅਸੀਂ ਇੱਥੇ ਹਸਪੀਟਲ ਵਿੱਚ ਸਾਡੀ ਖੁਰਾਕ ਕੀ ਹੈ, ਇੱਥੇ ਹਸਪੀਟਲ ਦੀ ਦਵਾਈ ਕੀ ਹੈਗੀ ਹੈ, ਫਰੂਟਸ, ਸੈਲਡ, ਇਹਨਾਂ ਦਾ ਬਿਜ਼ਨਸ ਨਹੀਂ ਹੋ ਸਕਦਾ, ਗੋਲੀ ਨਹੀਂ ਬਣ ਸਕਦੀ ਨਾ। ਤੇ ਉਹਦਾ ਬਿਜ਼ਨਸ, ਇਹ ਆਪਾਂ ਹਸਪੀਟਲ ਦੇ ਡਾਇਲਿਸਿਸ ਯੂਨਿਟ 'ਚ ਆ ਗਏ। ਪਹਿਲੇ ਤੁਹਾਨੂੰ ਆ ਦੱਸ ਦੇਣਾ, ਇਹ ਸਾਡੇ ਹਸਪੀਟਲ ਡਾਇਲਿਸਿਸ ਯੂਨਿਟ ਹੈ। ਸਾਡੇ ਕੋਈ ਵੀ ਪੇਸ਼ੈਂਟ ਨੂੰ ਅਗਰ ਐਮਰਜੈਂਸੀ ਹੁੰਦੀ ਹੈ, ਡਾਇਲਿਸਿਸ ਦੀ ਲੋੜ ਪੈਂਦੀ ਹੈ, ਤੇ ਆਪਾਂ ਇਹ ਤਾਂ ਖਾਲੀ ਪਿਆ ਜੀ, ਨਾ ਹੀ ਬਣਾਉਂਦੇ। ਇਹ ਡਾਇਲਿਸਿਸ ਯੂਨਿਟ ਸਿਰਫ ਐਮਰਜੈਂਸੀ ਵਾਸਤੇ ਹੈ। ਤੁਸੀਂ ਕੋਈ ਵੀ ਡਾਇਲਿਸਿਸ ਸੈਂਟਰ ਜਾਂਦੇ ਹੋ, ਮੇਰਾ ਅਗਲਾ ਸਵਾਲ ਹੀ ਇਹੀ ਸੀ ਕਿ ਜੇ ਅਗਰ ਕਿਸੇ ਹਸਪੀਟਲ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਡਾਇਲਿਸਿਸ ਵਾਲੇ ਬੈੱਡ ਫੁੱਲ ਆਫ ਹੁੰਦੇ ਨੇ, ਵੇਟਿੰਗ ਦੇ ਵਿੱਚ ਬੈਠੇ ਹੁੰਦੇ ਨੇ, ਪਰ ਇੱਥੇ ਤੁਸੀਂ ਖਾਲੀ ਰੱਖਿਆ। ਇਹ ਵਾਲੀ ਡਾਇਲਿਸਿਸ ਮਸ਼ੀਨ ਦੀ ਜਗ੍ਹਾ ਤੁਸੀਂ ਟੱਬ ਦਿਖਾਓ ਨਾ, ਉਹ ਡਾਇਲਿਸਿਸ ਹੋ ਰਿਹਾ ਨਾ, ਨੈਚੁਰਲ ਡਾਇਲਿਸਿਸ ਹੋ ਰਿਹਾ ਹੈ ਇਸ ਜਗ੍ਹਾ ਤੇ। ਇਹ ਵਾਲੇ ਬੈੱਡ ਖਾਲੀ ਨੇ, ਉਹ ਵਾਲੇ ਬੈੱਡ ਚੱਲ ਰਹੇ ਨੇ, ਕਿਉਂਕਿ ਉਸ ਪਾਣੀ ਦੇ ਵਿੱਚ ਟੱਬ 'ਚ ਬੈਠਦੇ ਹੋ ਨਾ ਤੇ ਬੋਡੀ ਪਸੀਨਾ ਕੱਢਦੀ ਹੈ, ਉਸ ਤੋਂ ਬਾਅਦ ਉਹ ਬੋਡੀ ਹੀਲ ਕਰਦੀ ਹੈ ਆਪਣੇ ਆਪ ਨੂੰ। ਸਭ ਤੋਂ ਵੱਡੀ ਗੱਲ ਹੈ, ਮੈਂ ਤੁਹਾਨੂੰ ਹੁਣੇ ਰਿਪੋਰਟ ਵੀ ਦਿਖਾਣਾ। ਮਤਲਬ ਇੱਥੇ ਆ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਅਗਰ ਕਈਆਂ ਦੇ ਮਨ ਦੇ ਵਿੱਚ ਹੁੰਦਾ ਕਿ ਅਸੀਂ ਹਿਮਸ ਦੇ ਵਿੱਚ ਚਲੇ ਜਾਈਏ, ਇਸ ਹਸਪਤਾਲ ਦੇ ਵਿੱਚ ਆ ਜਾਈਏ ਤੇ ਐਮਰਜੈਂਸੀ ਸਾਡੇ ਕ੍ਰੀਟੀਨਾਈਨ ਵੱਧ ਜਾਣ ਜਾਂ ਦਿੱਕਤ ਹੋ ਜੇ, ਤੇ ਉਹ ਵੀ ਤੁਸੀਂ ਇੱਕ ਐਮਰਜੈਂਸੀ ਦੇ ਤੌਰ ਤੇ ਯੂਜ਼ ਕਰਦੇ ਹੋ। ਬਟ ਉਹ ਸਾਡਾ ਖਾਲੀ ਰਹਿੰਦਾ ਜੀ, ਬੜੀ ਰੇਅਰ ਯੂਜ਼ ਹੁੰਦਾ ਹੈ। ਕੋਈ ਪੇਸ਼ੈਂਟ ਨੂੰ ਲੱਗਦਾ ਹੈ ਐਮਰਜੈਂਸੀ ਵਿੱਚ ਡਾਇਲਿਸਿਸ ਕਰਨਾ ਪਏਗਾ ਤਾਂ ਹੀ ਕਰਦੇ ਹਾਂ, ਵਰਨਾ ਬਿਨਾਂ ਡਾਇਲਿਸਿਸ ਪਾਣੀ ਦੇ ਟੱਬ 'ਚ ਬੈਠ ਕੇ ਪੰਚਕਰਮਾ ਦੇ ਨਾਲ, ਨੈਚੁਰੋਪੈਥੀ ਦੇ ਨਾਲ ਉਹਨਾਂ ਨੂੰ ਬੋਡੀ ਨੂੰ ਰਿਵਰਸ ਕਰਨਾ ਸਿਖਾ ਦਿੰਦੇ ਆ, ਬੋਡੀ ਆਪੇ ਠੀਕ ਹੋ ਜਾਂਦੀ ਹੈ। ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਮੈਨੂੰ ਕੋਈ ਵੀ ਇੱਕ ਬਿਮਾਰੀ ਦੱਸੋ ਜਿੰਦਾ ਇਲਾਜ ਮਾਡਰਨ ਪੈਥੀ 'ਚ ਹੋਵੇ, ਮੈਨੂੰ ਨਾਮ ਦੱਸੋ। ਇਲਾਜ ਮੈਂ ਮੇਨਟੇਨੈਂਸ ਹੀ ਪੁੱਛ ਰਿਹਾ। ਇਲਾਜ ਤੇ ਅਸੀਂ ਕਰਾਉਣ ਜਾਂਦੇ ਹਾਂ, ਕਹਿੰਦੇ ਜੀ ਸ਼ੂਗਰ ਦੀ ਗੋਲੀ ਖਾਈ ਜਾਓ, ਇਹ ਇਲਾਜ ਹੀ ਹੈ ਜੀ। ਕਦੋਂ ਤੱਕ ਖਾਓ? ਇਹ ਤਾਂ ਇਲਾਜ ਹੈ ਜਦੋਂ ਤੱਕ ਬਿਮਾਰੀ ਹੈ। ਥਾਇਰਾਇਡ ਦੀ ਗੋਲੀ ਕਦੋਂ ਤੱਕ ਖਾਓ? ਜ਼ਿੰਦਗੀ ਭਰ ਖਾਓ। ਬੀਪੀ ਦੀ ਵੀ ਖਾਓ, ਜ਼ਿੰਦਗੀ ਭਰ ਖਾਓ। ਇਲਾਜ ਤਾਂ ਨਹੀਂ ਹੋਇਆ ਨਾ। ਮੈਂ ਤੁਹਾਨੂੰ ਇੱਥੇ ਪੇਸ਼ੈਂਟ ਦਿਖਾਣਾ ਜਿਨ੍ਹਾਂ ਦੀ 2 ਮਹੀਨੇ 4 ਮਹੀਨੇ ਦਵਾਈ ਆਯੁਰਵੇਦ ਵਾਲੀ ਵੀ ਬੰਦ ਹੋ ਜਾਂਦੀ ਹੈ। ਇਹ ਹੁੰਦਾ ਇਲਾਜ ਤਾਂ। ਅਸੀਂ ਅੱਜ ਤੱਕ ਦਾ ਰਿਕਾਰਡ ਹੈ ਜੀ, ਮੈਨੂੰ ਕੰਮ ਕਰਦੇ 27 ਸਾਲ ਹੋ ਗਏ, ਅੱਜ ਤੱਕ ਇੱਕ ਵੀ ਸਿੰਗਲ ਪੇਸ਼ੈਂਟ ਨਹੀਂਗਾ ਜਿਹਨੂੰ ਅਸੀਂ ਲਾਈਫ ਟਾਈਮ ਕੋਈ ਦਵਾਈ ਖਵਾਈ ਹੋਵੇ। ਸਿਰਫ 3 ਮਹੀਨੇ, 2 ਮਹੀਨੇ, 6 ਮਹੀਨੇ, ਸਾਲ ਬਿਮਾਰੀ ਦੇ ਡਿਪੈਂਡ ਕਰਦਾ, ਦਵਾਈ ਬੰਦ ਹੋ ਜਾਂਦੀ ਹੈ। ਇੱਥੇ ਆਪਣਾ ਡਾਇਗਨੋਸਟਿਕ ਸੈਂਪਲ ਜਿਹੜੇ ਪੇਸ਼ੈਂਟ ਹੁੰਦੇ ਆ ਉਹ ਇੱਥੇ ਲੈਂਦੇ ਨੇ ਆਪਾਂ। ਇਹ ਐਵੇਂ ਦਾ ਹੀ ਇੱਕ ਟੱਬ ਯੂਨਿਟ ਇੱਥੇ ਹੈਗਾ। ਸੋ ਤੁਸੀਂ ਦੇਖੋ, ਪਰ ਹਸਪਤਾਲਾਂ ਦੇ ਵਿੱਚ ਤਾਂ ਵੱਡੇ ਵੱਡੇ ਆਪਰੇਸ਼ਨ ਥੀਏਟਰ ਹੁੰਦੇ ਨੇ ਜੀ। ਇਹ ਸਾਡਾ ਡਾਇਲਿਸਿਸ ਸੈਂਟਰ ਹੈਗਾ। ਇਹ ਤੁਸੀਂ ਦੇਖੋ ਸਾਡਾ ਡਾਇਲਿਸਿਸ ਸੈਂਟਰ ਹੈ। ਜਿਹੜਾ ਡਾਇਲਿਸਿਸ ਸੈਂਟਰ ਖਾਲੀ ਪਿਆ ਸੀ ਨਾ, ਉਹਦੀ ਜਗ੍ਹਾ ਇਹ ਵਾਲਾ ਡਾਇਲਿਸਿਸ ਸੈਂਟਰ ਚੱਲਦਾ ਹੈ। ਇੱਥੇ ਪੇਸ਼ੈਂਟ ਵੀ ਹੈ, ਤੁਸੀਂ ਮਿਲ ਵੀ ਸਕਦੇ ਹੋ, ਪੁੱਛ ਵੀ ਸਕਦੇ ਹੋ, ਗੱਲ ਵੀ ਕਰ ਸਕਦੇ ਹੋ। ਇੱਥੇ ਉਹੀ 40 ਡਿਗਰੀ ਟੈਂਪਰੇਚਰ ਤੁਸੀਂ ਦੇਖੋ ਕੈਮਰੇ ਦੇ ਉੱਤੇ, ਇਹ 40 ਡਿਗਰੀ ਦਾ ਟੈਂਪਰੇਚਰ ਮੇਨਟੇਨ ਹੁੰਦਾ ਹੈ। ਪੇਸ਼ੈਂਟ ਨੂੰ ਡਿਪੈਂਡ ਔਨ ਦੀ ਪ੍ਰੋਬਲਮ ਦੇ ਅਕੋਰਡਿੰਗ, ਕਿਸੇ ਨੂੰ ਨਾਭੀ ਤੱਕ, ਕਿਸੇ ਨੂੰ ਗਲੇ ਤੱਕ ਪਾਣੀ ਤੇ ਰੱਖ ਕੇ ਫਿਰ ਉਹਨਾਂ ਨੂੰ ਇੱਥੇ ਪਸੀਨਾ ਨਿਕਲਦਾ। ਬੇਸਿਕਲੀ ਬੋਡੀ ਆਪਣੇ ਆਪ ਇੰਟੈਲੀਜੈਂਟ ਹੈ, ਬੋਡੀ ਆਪਣੇ ਆਪ ਵੇਸਟ ਕੱਢ ਦਿੰਦੀ ਹੈ, ਉਹ ਵੇਸਟ ਕੱਢ ਕੇ ਬੋਡੀ ਆਪਣੇ ਆਪ ਨੂੰ ਰੀਹੀਲ ਕਰ ਲੈਂਦੀ ਹੈ। ਅੱਛਾ, ਇੱਕ ਰਿਪੋਰਟਸ ਵੀ ਦਿਖਾਣਾ ਪੇਸ਼ੈਂਟ ਦੀ, ਜਿਹੜੀ ਪਹਿਲੀ ਦੂਜੀ ਜਿਹਦੇ ਨਾਲ ਪੇਸ਼ੈਂਟ
ਠੀਕ ਹੋਇਆ ਹੋਵੇ। ਅੱਛਾ ਆਚਾਰੀ ਜੀ, ਇੱਕ ਗੱਲ ਦੱਸੋ ਵੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਪੇਸ਼ੈਂਟ ਕੋਈ ਤੁਹਾਡੀ ਨਜ਼ਰ ਦੇ ਵਿੱਚ ਆਇਆ ਕਿ ਜਿਹੜਾ ਇੱਥੇ ਟਾਈਮਲੀ ਤੁਹਾਡੇ ਕੋਲ ਆ ਗਿਆ ਹੋਵੇ ਤੇ ਉਸ ਤੋਂ ਬਾਅਦ ਉਹਦੀ ਉਸ ਬਿਮਾਰੀ ਨਾਲ ਮੌਤ ਹੋ ਗਈ ਹੋਵੇ? ਸਰ ਮੈਂ ਤੁਹਾਨੂੰ ਦੱਸ ਸਕਦਾ, ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਬਿਨਾਂ ਡਾਇਲਿਸਿਸ ਪਹੁੰਚੇ ਆ ਨਾ, ਅਸੀਂ 99.9% ਦਾ ਡਾਇਲਿਸਿਸ ਹੋਣ ਨਹੀਂ ਦਿੱਤਾ, ਉਹਨੂੰ ਉੱਥੋਂ ਹੀ ਰਿਵਰਸ ਕੀਤਾ। ਬਸ ਪੇਸ਼ੈਂਟ ਸਾਡੇ ਕੋਲ ਸਹੀ ਟਾਈਮ ਤੇ ਆ ਜਾਵੇ। ਦੂਜੀ ਗੱਲ, ਸਹੀ ਟਾਈਮ ਕਿਹੜਾ ਫਿਰ ਸਾਨੂੰ ਇਹ ਵੀ ਦੱਸੋ। ਸਹੀ ਟਾਈਮ ਜਦੋਂ ਜਾਗੋ ਉਦੋਂ ਸਵੇਰਾ। ਅਗਰ ਹੁਣੇ ਪਤਾ ਚੱਲਿਆ ਨਾ ਵੀਡੀਓ ਦੇਖ ਕੇ ਤਾਂ ਹੁਣੇ ਆ ਜਾਓ। ਮਤਲਬ ਤੁਸੀਂ ਜਿੰਨਾ ਟਾਈਮ ਸੋਚੋਗੇ ਨਾ ਦੂਜੀ ਗੋਲੀ ਨਾਲ ਤੁਸੀਂ ਠੀਕ ਚੱਲ ਰਹੇ ਹੋ, ਉਹ ਤੁਹਾਡੀ ਗਲਤਫਹਿਮੀ ਹੈ। ਉਹ ਅਲਟੀਮੇਟਲੀ ਤੁਸੀਂ ਮਰਨਾ ਹੀ ਹੈ। ਮੈਂ ਤੁਹਾਨੂੰ ਦਿਖਾ ਸਕਦਾ, ਆ ਰਿਪੋਰਟ ਮੇਰੇ ਕੋਲ ਆ ਗਈ ਹੈ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਉਹ ਤਸਵੀਰਾਂ ਨੇ। ਇੱਥੇ ਇੱਕ ਨੌਜਵਾਨ ਭਰਾ ਵੀ ਸਾਡਾ ਬੈਠਾ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਨਾਲ। ਸਤਿ ਸ਼੍ਰੀ ਅਕਾਲ ਜੀ। सत श्रीकाल। ਕਿੱਥੋਂ ਆਏ ਹੋ ਤੁਸੀਂ? कोलकाता ਕੋਲਕਾਤਾ ਥੇ जी। ਪੱਛਮੀ ਬੰਗਾਲ ਤੋਂ ਬਹੁਤ ਨੇ। ਕੀ ਪ੍ਰੋਬਲਮ ਕੀ ਹੈ ਆਪਨੂੰ? किडनी में प्रॉब्लम था, किडनी फेल हो रहा था, मतलब अच्छा, सही से नहीं कर रहा था। कितने दिन हो गए ਤੁਹਾਨੂੰ? ये 4 महीना हो गया है। आपको यहाँ इतने 4 महीने हो गए? नहीं इतने नहीं, मेरे मतलब किडनी को प्रॉब्लम हुए हुए 4 महीना हो गया। मुझे आए हुए यहाँ 5 दिन हुआ। अच्छा, 5 दिन हो गए ਤੁਹਾਨੂੰ? 5 ਦਿਨਾਂ 'ਚ ਕੋਈ ਫਰਕ ਲੱਗਿਆ ਤੁਹਾਨੂੰ? हाँ, बहुत फ़ायदा मिला। मतलब डायलिसिस पहले मेरा अल्टरनेटिव हफ्ते में 3 दिन होता था। अच्छा। तो जब मैं यहाँ आया तो समझ लीजिए 5 दिन के बाद मुझे ज़रूरत पड़ा तब मैंने लिया, मतलब वरना ऐसे अल्टरनेटिव डे में होता था। अच्छा, मतलब हर दूसरे तीसरे दिन ਤੁਹਾਡਾ ਡਾਇਲਿਸਿਸ ਹੁੰਦਾ ਸੀ, ਹੁਣ ਬਚਾਓ ਹੈ ਉਹਦੇ ਨਾਲ? दूसरे दिन मतलब डायलिसिस करना ही पड़ता था। ਅੱਛਾ, ਇਸ ਤਰ੍ਹਾਂ ਦੇ ਕੀ ਕਰਦੇ ਨੇ ਪਾਣੀ 'ਚ ਬੈਠ ਕੇ? ਅਸੀਂ ਤੁਹਾਡੀ पानी में बैठने से पूरा बॉडी गर्म हो जाता है, उससे मतलब हीटिंग पावर मिलता है, और उससे पसीना, मतलब जो आपका गंद पानी है जैसे यूरिया है, क्रेटिनाइन है, वो सब वेस्ट पानी है जो हम लोग पी रहे हैं, मतलब तो वो सब क्या है कि इसमें बैठने से वो सब वेस्ट बाहर। ਉਮਰ ਕਿੰਨੀ ਹੈ ਤੁਹਾਡੀ? मेरी 31। 31। शादी हुई है? नहीं, शादी नहीं हुई। अब ठीक होने के बाद फिर शादी कराएंगे इंशाल्लाह। की नाम क्या था? मोहम्मद अली। अच्छा, मोहम्मद अली। मैं डॉक्टर साहब, आपको अभी 1 मिनट और दिखाना चाहूँगा। ये एक पेशेंट है, आप ये देखो ज़रा, ये कैमरा ज़रा दिखाओ ज़रा यहाँ पे। ये पेशेंट का नाम है कुशल तिवारी, उम्र 24 साल, 12 जनवरी 2022 की रिपोर्ट है। आज तक यही कहा गया किडनी फेल हो जाए वो रिपेयर नहीं करती, तो अब सबूत तो झूठ नहीं बोलेगा। इसकी किडनी 0.5% काम कर रही थी। 0.5 मतलब 1% भी काम नहीं कर रही थी। 0.5 भी नहीं है, 0.39 है, मतलब आधा % से भी कम काम कर रही थी। इसको बोलते हैं ESRD बोलते हैं, एंड स्टेज रीनल डिजीज, यानी कि किडनी बिल्कुल फेल थी। 3 महीने बाद ये टेस्ट दोबारा हुआ। कुशल तिवारी 18 अप्रैल को दोबारा टेस्ट हुआ, और अब इसकी किडनी एक ही 3 महीने में 19.5 गुना काम करने लग गई। आधा % से 9.5% पे आ गई। ਇਹ ਕਿਵੇਂ ਜੀ हाँ देखो ना, ਹੋਇਆ ਕਿਵੇਂ? ਇਹ ਹੁੰਦਾ ਕਿਵੇਂ? ਹੁਣ ਤੱਕ ਫਿਰ ਅਸੀਂ ਸੁੱਤੇ ਰਹੇ ਹਾਂ ਜੀ। ਬੋਡੀ ਖੁਦ ਕਰਦੀ ਹੈ ਆਪਣੇ ਆਪ ਨੂੰ। ਬੋਡੀ ਦੇ ਅੰਦਰ ਹੀਲਿੰਗ ਪਾਵਰ ਹੈ। ਤੁਸੀਂ ਇੱਕ ਸਵਾਲ ਦੱਸਿਆ ਸੀ ਉਹਨੇ ਕਿ ਜਾਨਵਰ ਖਾਣਾ ਛੱਡ ਦਿੰਦੇ ਆ, ਭੋਜਨ ਖਾਂਦੇ, घास ਖਾਂਦੇ ਆ, उल्टी कर दे। उन्होंने अपनी बॉडी को हील करने का तरीका पता है। जब आप इस पानी के टब में बैठते हो तो ये पानी, आपकी बॉडी, पानी क्या है? एक तत्व है, 5 तत्वों से शरीर बना है। पानी एक बहुमूल्य तत्व है। तो बहुमूल्य तत्व जो है ये बॉडी, ये इंटेलिजेंट तत्व है। ऐसे धरती, जल, अग्नि, वायु, आकाश, ये 5 तत्व इंटेलिजेंट हैं। पानी अपने आप ही बॉडी में जो एक्सेस है, टॉक्सिन्स है, कोई कचरा पड़ा हुआ है, उसको बॉडी अपने आप ही पसीने से निकाल देती है। तो दूसरा डायलिसिस ਤੁਸੀਂ ਇਹ ਫਾਰਮੂਲਾ कित्थों लेके आए? आयुर्वेद में लिखा हुआ है हज़ारों साल पहले। ये जो मेडिकल माफिया है ना, ये पढ़ा रहा है नई पीढ़ी को, वो गलत पढ़ा रहा है। अब जैसे बैक्टीरिया वायरस को हमारा दुश्मन बना दिया, जबकि हम 90% तो बैक्टीरिया वायरस ही हैं। हमारी बॉडी में 90% जो है वो बैक्टीरिया वायरस ही तो है, 10% ही हमारी कोशिकाएं हैं। तो ये पैथोजन को दुश्मन बना के हमारे को गलत पैथी पढ़ाएगी। और ये जो आप बोल रहे हो कि जो ये गर्म पानी के टब में बैठे हैं, जैसे ये पेशेंट बैठे हैं, तो ये मैं आपको एक रिसर्च पेपर दिखा रहा हूँ। आप कह रहे हैं कहाँ से ढूंढ के लाए? तो आयुर्वेद में तो है। 1981 28 अप्रैल को ये एक रिसर्च हो चुकी है, इफेक्ट ऑफ वाटर इमर्शन ऑफ रीनल फंक्शन, कि किडनी पर गर्म पानी में बैठना कोई काम करता है क्या? तो ये किडनी हील हो जाती है। ये रिपोर्ट बोल रही है, ये रिसर्च पेपर बोल रहा है। ਆ ਰਿਸਰਚ ਪੇਪਰ ਹੈਗਾ ਜਿਹੜਾ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਬੂਤ ਵਜੋਂ ਕਿ ਇਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਕਿਵੇਂ ਕੰਮ ਕਰਦੀ ਹੈ। ਇਹ ਸਾਰੀ ਰਿਸਰਚ ਹੈਗੀ ਹੈ ਜਿਹੜੀ 1981 ਦੇ ਵਿੱਚ ਹੋ ਚੁੱਕੀ ਹੈ, ਔਰ ਉਹਨਾਂ ਹੀ ਰਿਸਰਚਾਂ ਦੇ ਉੱਤੇ ਜਿਹੜਾ ਇੱਕ ਵਾਰ ਮੁੜ ਤੋਂ ਆਯੁਰਵੇਦ, ਫਿਰ ਤੇ ਤੁਸੀਂ ਆਯੁਰਵੇਦ ਨੂੰ ਮੁੜ ਸੁਰਜਿਤ ਕਰਨ ਲੱਗੇ ਹੋਏ ਹੋ ਆਚਾਰੀਆ ਜੀ। ਬਿਲਕੁਲ ਹੈ, ਆਯੁਰਵੇਦ ਨੂੰ ਵਾਪਸ ਆਪਾਂ ਐਲੋਪੈਥੀ ਦੇ ਉੱਪਰ ਲੈ ਕੇ ਜਾਣਾ ਹੈ, ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਹੈ। ਆਹੀ ਮਕਸਦ ਹੈ। ਇਹ ਆਪਾਂ ਨੂੰ ਹੋਰ ਦਿਖਾਉਂਦੇ ਹਾਂ। ਆ ਦੇਖੋ ਕੀ ਲਿਖਿਆ ਹੋਇਆ ਹੈ। ਇਜ਼ਰਾਈਲੀ US research prove that
ਕਿਡਨੀ ਆਰ ਕੈਪੇਬਲ ਆਫ ਰੀਜਨਰੇਸ਼ਨ। ਇਹ ਮੈਂ ਤਾਂ ਨਹੀਂ ਲਿਖਿਆ, ਇਜ਼ਰਾਈਲ ਨੇ ਤੇ US ਦੇ ਰਿਸਰਚਰਸ ਨੇ 2014 ਦੇ ਅੰਦਰ ਇਹ ਰਿਸਰਚ ਕਰ ਚੁੱਕੇ ਹੈ ਕਿ ਕਿਡਨੀ ਦੇ ਵਿੱਚ ਪਾਵਰ ਹੁੰਦੀ ਹੈ ਆਪਣੇ ਆਪ ਨੂੰ ਹੀਲ ਕਰਨ ਦੀ। ਲੇਕਿਨ ਅਗਰ ਇਹ ਐਲੋਪੈਥੀ ਡਾਕਟਰ ਦੱਸਣਗੇ ਤੇ ਡਾਇਲਿਸਿਸ ਸੈਂਟਰ ਬੰਦ ਹੋ ਜਾਣਗੇ, ਇਹ ਟ੍ਰਾਂਸਪਲਾਂਟ ਦਾ ਧੰਦਾ ਬੰਦ ਹੋ ਜਾਏਗਾ। ਇਹ ਪੰਗਾ ਇਹ ਹੈਗਾ, ਇਹ ਧੰਦਾ ਹੈ ਗੰਦਾ। ਇਸ ਵਾਸਤੇ ਆਯੁਰਵੇਦ ਤੇ ਨੈਚੁਰੋਪੈਥੀ ਨੂੰ ਖੁੱਲ੍ਹ ਕੇ ਅੱਗੇ ਆਉਣਾ ਪਏਗਾ। ਪਲੱਸ ਆਯੁਰਵੇਦ ਦੇ ਵੈਦਾਂ ਵਿੱਚ ਵੀ ਇੱਕ ਪ੍ਰੋਬਲਮ ਹੈਗੀ ਹੈ, ਉਹ ਆਪਸ ਵਿੱਚ ਕਦੀ ਯੂਨਾਈਟ ਨਹੀਂ ਹੋਏ, ਉਹਨਾਂ ਨੇ ਆਪਸ ਵਿੱਚ ਕਦੀ ਏਕਤਾ ਨਹੀਂ ਦਿਖਾਈ, ਜਿੰਦੇ ਕਰਕੇ ਇਹ ਦੇਸ਼ ਵਿੱਚ ਇਹ ਪ੍ਰੋਬਲਮ ਆਈ। ਜੇਕਰ ਅਮਰੀਕਾ ਦੇ ਗੋਰੇ ਅੰਗਰੇਜ਼ ਡਾਕਟਰ ਵੱਡੇ ਜਿਹੜੇ ਰਿਸਰਚ ਸੈਂਟਰ ਨੇ, ਜਿਹੜੇ ਕਿ ਸਾਡੇ ਨਾਲੋਂ ਰਿਸਰਚ 'ਚ ਵੀ ਕਈ 100 ਸਾਲ ਅੱਗੇ ਨੇ, ਅਗਰ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਡਨੀਆਂ ਦੁਬਾਰ ਤੋਂ ਕੰਮ ਸ਼ੁਰੂ ਕਰ ਸਕਦੀਆਂ ਨੇ, ਲੀਵਰ ਆਪਣੇ ਆਪ ਨਾਲ ਫੰਕਸ਼ਨ ਦੁਬਾਰ ਤੋਂ ਸ਼ੁਰੂ ਕਰ ਸਕਦਾ ਹੈ, ਤੇ ਫਿਰ ਸਾਡੇ ਇੱਥੇ ਜਦੋਂ ਅਸੀਂ ਹਸਪੀਟਲ ਦੇ ਵਿੱਚ ਜਾਂਦੇ ਹਾਂ ਕਹਿੰਦੇ ਜੀ ਕੱਢ ਦਿਓ ਜੀ ਇਹਦਾ ਕਿਡਨੀ ਖਰਾਬ ਹੈ ਤੇ ਆਪਰੇਸ਼ਨ ਕਰੋ, ਖਤਮ ਕਰੋ। ਅਗਰ ਇਹਦਾ ਲੀਵਰ 'ਚ ਦਿੱਕਤ ਹੈ ਤੇ ਲੀਵਰ ਟ੍ਰਾਂਸਪਲਾਂਟ ਕਰਾ ਲਓ, ਅਗਰ ਇਹਦੇ ਪਿੱਤੇ 'ਚ ਦਿੱਕਤ ਹੈ ਤਾਂ ਪਿੱਤਾ ਕੱਢ ਦਿਓ। ਤੇ ਫਿਰ ਉਹ ਸਿਸਟਮ ਕੀ ਹੈ ਜੀ, ਉਹ ਵੀ ਸਾਨੂੰ ਸਮਝਾਓਗੇ। ਉਹ ਸਿਸਟਮ ਕਿੱਥੋਂ ਆਇਆ, ਉਹ ਸਿਸਟਮ ਕੀ ਹੈ ਸਾਡੇ ਮਨ ਦੇ ਵਿੱਚ? ਇਸ ਮਾਮਲੇ ਦੇ ਵਿੱਚ ਸਰਕਾਰਾਂ ਕੀ ਸੁੱਤੀਆਂ ਪਈਆਂ ਨੇ ਜੀ? ਫਿਰ ਸਰਕਾਰਾਂ ਨੂੰ ਬਹੁਤ ਮੋਟੀ ਫੰਡਿੰਗ ਹੁੰਦੀ ਹੈ, ਅਰਬਾਂ ਰੁਪਏ ਦਾ ਖੇਲ ਹੈਗਾ ਇਹ। ਜਦੋਂ ਤੁਸੀਂ ਵੱਡੇ ਹਸਪੀਟਲ ਜਾਂਦੇ ਹੋ, ਉੱਥੇ ਡਾਕਟਰ ਕੌਣ ਬੈਠਾ ਹੁੰਦਾ ਹੈ? ਐਲੋਪੈਥੀ ਡਾਕਟਰ। ਤੇ ਐਲੋਪੈਥੀ ਡਾਕਟਰ ਉਹੀ ਬੋਲੇਗਾ ਨਾ ਜੋ 5.5 ਸਾਲ ਪੜ੍ਹ ਕੇ ਆਇਆ। ਹੁਣ ਤੁਸੀਂ ਆਯੁਰਵੇਦ ਵਾਲੇ ਕੋਲ ਜਾਂਦੇ ਹੀ ਨਹੀਂ ਹੋ, ਹੁਣ ਤੁਸੀਂ ਇੱਥੇ ਆਏ ਹੋ। ਇਹ ਪੂਰਾ ਹਸਪੀਟਲ ਇਸ ਟਾਈਮ ਹਾਊਸਫੁੱਲ ਹੈ, ਸਾਡੇ ਕੋਲ ਇੱਕ ਵੀ ਬੈੱਡ ਖਾਲੀ ਨਹੀਂਗਾ, ਸਾਡੇ ਕੋਲ ਐਡਵਾਂਸ ਬੁਕਿੰਗ ਚੱਲਦੀ ਹੈ। 100 ਬੈੱਡ ਦਾ ਹਸਪੀਟਲ ਹੈ ਇੱਥੇ, 100 ਬੈੱਡ ਹੈਗੇ ਇਸ ਟਾਈਮ। ਆ ਤੁਸੀਂ ਦੇਖੋਗੇ ਤਾਂ ਇੱਥੇ ਪਿੱਛੇ ਆ ਜਨਰਲ ਵਾਰਡ ਹੈਗਾ, ਇਹਦੇ 'ਚ ਤੁਹਾਨੂੰ ਇੱਕ ਆਈਡੀਆ ਵੀ ਲੱਗ ਜਾਏਗਾ। ਇਹ ਸਾਡਾ ਜਨਰਲ ਵਾਰਡ ਹੈ ਤੇ ਪੇਸ਼ੈਂਟ ਦਾ ਖਾਣਾ ਵੀ ਆਇਆ। ਬੇਟਾ ਇੱਕ ਮਿੰਟ, ਇਹ ਖਾਣੇ की ट्रे दिखाना, खाने में क्या आया? ਇਹ ਖਾਣਾ ਹੈ ਭੋਜਨ ਹੈ? भोजन है सर। ਸੋ ਦੇਖੋ ਜਿਸ ਭੋਜਨ ਦੀ ਗੱਲ ਆ, ਦੇਖੋ ਇਹ ਉਹ ਚੀਜ਼ ਹੈਗੀ ਹੈ ਜਿੱਥੇ ਦਵਾਈਆਂ ਦੀ ਥਾਂ ਤੇ ਇਹ ਖੀਰੇ, ਕੱਕੜੀਆਂ ਔਰ ਚਟਨੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ। ਅਸੀਂ ਆ ਧਨੀਆ ਹੈ, ਇਸ ਧਨੀਏ ਦੇ ਵਿੱਚ, ਇਸ ਧਨੀਏ ਦੇ ਜ਼ਰੀਏ ਲਓ ਇੱਕ ਹੋਰ ਡਾਈਟ ਆ ਗਈ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਡਾਈਟਾਂ ਨੇ। ਇਹ ਅਸੀਂ ਨੂੰ ਖੀਰਾ ਨਾ ਮੰਨੀਏ, ਜਿਹਨੂੰ ਅਸੀਂ ਕੈਪਸੂਲ ਮੰਨ ਲਈਏ। ਇਹ ਕੈਪਸੂਲ ਤੇ ਗੋਲੀ ਹੈ ਸਾਡੇ ਹਸਪੀਟਲ ਦੀ। ਆਹੀ ਕੈਪਸੂਲ ਹੈ, ਆਹੀ ਗੋਲੀ ਹੈ, ਆਹੀ ਹੀਲਿੰਗ ਹੈ। ਇਹ ਇਹਦੇ ਨਾਲ ਹੀ ਪੇਸ਼ੈਂਟ ਠੀਕ ਹੁੰਦੇ ਆ। ਕਮਾਲ ਦੀ ਗੱਲ ਹੈ। ਇੱਕ ਗੁਰਸੇਵਕ ਸਿੰਘ ਬੱਚਾ ਹੈ, ਇਹ ਹੁਣ ਬੱਚਾ ਸਿਰਫ ਔਰ 18 ਸਾਲ ਦਾ ਹੈ। ਇਹ ਬੱਚੇ ਨੂੰ ਜਦੋਂ ਇੱਥੇ ਲਿਆਇਆ ਗਿਆ ਸੀ, ਵੀਲ ਚੇਅਰ ਤੇ ਆਇਆ ਸੀ, ਡਾਇਲਿਸਿਸ ਚੱਲਦਾ ਸੀ 2 ਸਾਲ ਤੋਂ, ਹਾਰਟ ਵੀ 15% ਕੰਮ ਕਰ ਰਿਹਾ ਸੀ। ਨਾਮ ਹੈ ਗੁਰਸੇਵਕ ਸਿੰਘ। ਇਹਦੀ ਕਿਡਨੀ ਦੇਖੋ ਤੁਸੀਂ, ਸਿਰਫ 9% ਕੰਮ ਕਰ ਰਹੀ ਹੈ ਤੇ ਡਾਇਲਿਸਿਸ ਚੱਲ ਰਿਹਾ ਸੀਗਾ। ਇਸ ਬੱਚੇ ਨੇ ਸਾਡੇ ਕੋਲ 15 ਦਿਨ ਲਗਾਏ, 3 ਮਹੀਨੇ ਬਾਅਦ ਦੁਬਾਰਾ ਇਹਦੀ ਟੈਸਟ ਕੀਤਾ ਗਿਆ ਤੇ ਤੁਸੀਂ ਇਹ ਦੇਖੋ, ਇਹੀ ਕਿਡਨੀ ਇਹਦੀ 18.5% ਕੰਮ ਕਰਨ ਲੱਗ ਗਈ। ਡਾਇਲਿਸਿਸ ਬੰਦ ਹੋ ਗਿਆ। ਉਹੀ ਹਾਰਟ ਜਿਹੜਾ 15 ਪੈਸੇ ਸੀ ਉਹ 36 ਪੈਸੇ ਕਰਨ ਲੱਗ ਗਿਆ। ਹੁਣ ਤੁਸੀਂ ਦੱਸੋ ਕਿਡਨੀ ਠੀਕ ਨਹੀਂ ਹੁੰਦੀ, ਡਾਇਲਿਸਿਸ ਬੰਦ ਨਹੀਂ ਹੁੰਦਾ ਹੈ। ਸਬੂਤਾਂ ਨਾਲ ਗੱਲ ਕਰ ਰਹੇ ਹਾਂ ਨਾ। ਇਹ ਰਿਪੋਰਟ ਕੋਈ ਮੈਂ ਨਹੀਂ ਕਢਾਈ, ਇਹ ਐਲੋਪੈਥੀ ਦੀ ਰਿਪੋਰਟ ਹੈ। ਇਹ DTPA ਸਕੈਨ ਹੈ ਜਿਹੜਾ ਐਲੋਪੈਥੀ ਵਾਲੇ ਕਰਦੇ ਆ, ਅਸੀਂ ਨਹੀਂ ਕਰਦੇ ਆਯੁਰਵੇਦ ਵਾਲੇ। ਅਸੀਂ ਤਾਂ ਜੀਭ ਤੇ ਨਾੜੀ ਦੇਖਦੇ ਹਾਂ। ਤੁਹਾਨੂੰ ਹੋਰ ਵੀ ਦਿਖਾਉਂਦੇ ਹਾਂ अपने हॉस्पिटल दे पूरा जी कि फैमिली है। मैं आर्मी से रिटायरमेंट हूँ, मैं 28 साल सर्विस की है आर्मी के अंदर। और अब मेरी फैमिली जो है काफ़ी की प्रॉब्लम की आप? किडनी की डाउन है। अच्छा, कितने दिन हो गए यहाँ पे? यहाँ से अभी मेरा 9वां दिन है तकरीबन। फ़र्क पड़ा कुछ? हाँ, कुछ फ़ायदा हुआ सर मेरे को। मतलब 9 दिन में ही फ़ायदा? 9 दिन में तो इसको मतलब ऐसा है कि इसमें कुछ जान आएगी है। अच्छा। डाइट है यहाँ की। खून में 5.1 था जिस दिन आए थे, अभी 6.2 खून है, ब्लड है इसका। इस तरह का की कीता है इन्होंने? ये जो है कुछ योगा कराते हैं, पानी की थेरेपी लेते हैं, हॉट वाटर की थेरेपी लेते हैं। अच्छा। और उधर जो है मसाज करते हैं सर की, और जो 4 पे अप डाउन की वो लेते हैं डिग्री थोड़ा 10। कोई कैप्सूल, कोई दवाइयाँ कुछ नहीं? देसी दवाई तो हैं यहाँ। देसी तो है, लेकिन जी साढ़े आयुर्वेद वाली दवाइयाँ साढ़े अज पल्ले बनिया हुई ने। मेरे को कई लाख रुपये जितना मैं कमा कर लाया था फौज को सब को दे दिया है। अच्छा ये बताओ, आप आर्मी के हो? जी सर। मुझे ये बताओ, क्या आर्मी के अंदर, इनसे पूछो, आर्मी के अंदर एलोपैथी इलाज की सुविधा है, आयुर्वेद की क्यों नहीं है? अभी आयुर्वेद में खर्चा कर रहे हैं, इनको पैसा नहीं मिलना चाहिए, लेकिन आयुर्वेद के बिल नहीं मिलते इनको। ये धोखा है देश में। कितने पैसे कमाए सर? अब 6, 17, 18 लाख रुपये सब दे दिया। सारा कुछ उदे च ही हो गया? लगातार दवाई सर ये बहुत। परिवार च होर कौन कौन? वैसे तो आर्थिक प्रॉब्लम नहीं है मेरे को, मेरा बेटा बाहर है, पढ़ाया बच्चों को। लेकिन जो सारी जिंदगी की कमाई जो 1 लाख चली जाती है, खत्म कर दी। लेकिन इत्थे आके कुछ हौसला होया, की कहोगे गुरु जी? ਸੋ ਤੁਸੀਂ ਦੇਖੋ, ਇਹ ਉਹ ਤਸਵੀਰਾਂ ਨੇ ਜਿੱਥੇ ਆ ਕੇ ਜ਼ਿੰਦਗੀ ਔਰ ਸਾਡੀ ਜੇਬ ਹੈ ਜਿਹੜੀ ਜਵਾਬ ਦੇ ਦਿੰਦੀ ਹੈ। ਤਾਂ ਉੱਥੇ ਆ ਕੇ ਇਹ ਬੜੇ ਭਾਵੁਕ ਹੋ ਗਏ ਨੇ। ਮੈਂ ਵੀ ਥੋੜਾ ਜਿਹਾ ਭਾਵੁਕ ਇੱਥੇ
ਜਿਹੜਾ ਗੁਰੂ ਜੀ ਕਿਉਂਕਿ ਮਸਲਾ ਜਦੋਂ ਜ਼ਿੰਦਗੀ ਦਾ ਹੁੰਦਾ ਨਾ ਜੀ ਤੇ ਬੰਦਾ ਹਰ ਚੀਜ਼ ਦਾ ਤੇ ਲਗਾ ਦਿੰਦਾ ਹੈ। ਪਰ ਪੇਸ਼ੈਂਟ ਨਾਲ ਵੀ ਪੁੱਛ ਲੈਂਦੇ ਆ ਤੁਸੀਂ ਆਪਣੇ ਆਪ ਨੂੰ ਕੁਝ ਪਹਿਲਾਂ ਲੋਕ ਫੀਲ ਕਰ ਰਹੇ ਹੋ ਬੈਟਰ ਕੁਝ ਆਪ ਇਨੀ ਸੇ ਪੁੱਛੋ ਕੀ ਨਾਂ ਕੀ ਹੈ ਤੁਹਾਡਾ? शशि प्रभा जी। ਤੁਸੀਂ ਪਲੀਜ਼ ਰੋਵੋ ਨਾ, ਇਹ ਹੌਸਲਾ ਰੱਖੋ, ਹੌਸਲੇ ਤੋਂ ਕੰਮ ਲਵੋ ਤੇ ਹੁਣ ਤੁਸੀਂ ਸਹੀ ਥਾਂ ਤੇ ਮੈਨੂੰ ਲੱਗਦਾ ਹੈ ਤੁਹਾਡੇ ਹਸਬੰਡ ਵੀ ਕਹਿ ਰਹੇ ਨੇ ਸਹੀ ਥਾਂ ਤੇ ਆਏ ਹੋ। ਇਹਦਾ ਟੇਸਟ ਦੱਸੋ ਕਿਹੋ ਜਿਹਾ? सर अच्छा है। ਕਿੰਨੇ ਟਾਈਮ ਤੋਂ ਪਰੇਸ਼ਾਨ ਸੀ ਤੁਸੀਂ? मेरे को तो 3-4 साल हो गए जी, 4 साल हो गए बिल्कुल। अच्छा आज तक किसी ने भी बोला था कि बिना डायलिसिस बिना ट्रांसप्लांट यही किडनी रिपेयर हो सकती है? किसी ने नहीं बोला? नहीं बोल, ਕੀ ਕਹਿੰਦੇ ਸੀ ਡਾਕਟਰ, ਕੀ ਕਹਿੰਦੇ ਸੀ? अभी ट्रांसफर होगी 2 साल पहले बोल रहे थे। जैसी दवाई खाई और जगह से भी खाई है, वहाँ से थोड़ा शुरू में फायदा होया, फिर बाद में उस दवाई काम करना बंद कर दिया। यही खाई थी अम्बाड़े से। एलोपैथी दवाई साथ चलती रहती है ना, एलोपैथी दवाई बंद नहीं करते, अब यहाँ आके बंद हुई है तो अब जाके बॉडी हीलिंग लेगी। मैंने आपको क्या बताया, बॉडी में हीलिंग पावर है, बस हमें उसको जगाना है। वो जब जाग जाएगी तो बॉडी अपने आप को रिजनरेट कर लेगी। जैसे मैंने अभी आपको पेशेंट की रिपोर्ट दिखाई है, आप ऐसे ही किसी भी और पेशेंट की रिपोर्ट देख सकते हो। ये नेहा लड़की है, 23 साल की है, 29 मार्च की रिपोर्ट है, इनकी किडनी 10.6% काम कर रही है, आप देखो। और ठीक 3 महीने बाद दोबारा टेस्ट कराया है, यही किडनी जो 10.6 थी वो लगभग 16.5% काम करने लग गई। तो ये सबूत है ना कि किडनी रीग्रो कर रही है, किडनी का टिश्यू जागृत हो रहा है। ऐसी किडनी फेल है, ऐसी लीवर फेल है। अब इन्होंने खुद बताया इनकी रिपोर्ट में इंजेक्शन लगवा के बंदा हीमोग्लोबिन बढ़ाता है, यहाँ पे हम नेचुरल चीज़ों से हीमोग्लोबिन बढ़ाते हैं। तो ये चुस्ती फुर्ती, आपको पहले से थकान में फ़र्क है, चुस्ती फुर्ती बढ़ी है, एक विश्वास हुआ है ठीक हो जाऊँगी। यहाँ लोगों से मिले हो जो लोग भर्ती हैं, उन्होंने क्या बताया, ਜਿਹੜੇ ਲੋਕ ਇੱਥੇ ਭਰਤੀ ਹੈ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਫਾਇਦਾ ਹੋਇਆ? ਕੀ ਨਾਲ ਦੇ ਤੁਹਾਡੇ ਬੈੱਡ ਤੇ ਕਿਹੜੇ ਕਿਹੜੇ ਨੇ? वो तो चले गए हैं सर। ਚਲੇ ਗਏ ਠੀਕ ਹੋ ਕੇ? ਠੀਕ ਹੋ ਕੇ ਜਾ? ठीक होके गए हैं सर। हाँ जी, उनको भी सेम प्रॉब्लम थी मेरे जैसी, वो पटना बिहार से आए थे, वो कल चले गए। ਅੱਛਾ, ਤੇ ਤੁਹਾਨੂੰ ਵੀ ਲੱਗਦਾ ਤੁਸੀਂ ਇਸੇ ਤਰੀਕੇ ਨਾਲ ਡਿਸਚਾਰਜ ਹੋ ਕੇ ਠੀਕ ਹੋ ਕੇ ਆਪਣੇ ਦੋਤੇ ਪੋਤਿਆਂ 'ਚ ਜਾਓਗੇ? ਸੋ ਇਹ ਤਸਵੀਰਾਂ ਨੇ ਜਿਹੜੀਆਂ ਇੱਕ ਉਸ ਘਰ ਦੀ, ਜਿਸ ਘਰ 'ਚ ਆਚਾਰੀ ਜੀ ਜਿਸ ਘਰ ਦੇ ਵਿੱਚ ਬਿਮਾਰੀ ਹੁੰਦੀ ਹੈ ਨਾ, ਉਸ ਘਰ ਨੂੰ ਪਤਾ ਹੁੰਦਾ ਹੈ ਕਿ ਉਹਦੇ ਆਰਥਿਕ ਹਾਲਾਤ ਕਿਹੋ ਜਿਹੇ ਬਣਦੇ ਨੇ, ਕਿਉਂਕਿ ਸਾਰੀ ਜ਼ਿੰਦਗੀ ਦੀ ਜਦੋਂ ਕਮਾਈ ਇੱਕ ਝਟਕੇ ਜੀ ਟਾਈਮ ਵੀ ਲੱਗਦਾ ਹੈ ਤੇ એનર્ਜੀ ਵੀ ਲੱਗਦੀ ਹੈ, ਤਿੰਨੋਂ ਚੀਜ਼ ਖਤਮ ਹੋ ਜਾਂਦੀ ਹੈ। ਬੰਦਾ ਪੈਸੇ ਤੋਂ ਵੀ ਮੁਹਤਾਜ ਹੋ ਜਾਂਦਾ ਹੈ ਤੇ ਮੈਂ ਕਹਿੰਦਾ ਗਰੀਬੀ ਵਾਲੇ ਪਾਸੇ ਟੁਰ ਜਾਂਦਾ ਹੈ। ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੋਲਣਾ ਚਾਹੂੰਗਾ, ਸਭ ਲੋਕਾਂ ਨੂੰ ਕਹੂੰਗਾ ਆਯੁਸ਼ ਕਵਰ ਵਾਲਾ ਹੈਲਥ ਇੰਸ਼ੋਰੈਂਸ ਕਰਾਓ। ਜਿਹੜਾ ਹੈਲਥ ਇੰਸ਼ੋਰੈਂਸ ਕਰਾਉਂਦੇ ਨਾ ਉਹ ਆਯੁਸ਼ ਕਵਰ ਵਾਲਾ ਕਰਾਓ, ਉਹ ਸਾਡੇ ਇੱਥੇ ਚੱਲਦਾ ਹੈ। ਐਵੇਂ ਦੇ ਆਯੁਰਵੈਦਿਕ ਹਸਪੀਟਲ ਚੱਲਦਾ ਤਾਂ ਕਿ ਤੁਹਾਡੇ ਇਲਾਜ ਦਾ ਪੈਸਾ ਨਹੀਂ ਲੱਗੇਗਾ ਇੱਥੇ, ਉਹ ਤੁਹਾਡਾ ਫਿਰ ਇਲਾਜ ਫ੍ਰੀ ਹੋ ਜਾਏਗਾ। ਮਤਲਬ ਤੁਸੀਂ ਜੋ ਵੀ ਪੈਸਾ ਭਰੋਗੇ ਉਹ ਤੁਹਾਨੂੰ ਰਿੰਬਰਸ ਹੋ ਜਾਏਗਾ। ਇਹਦੇ ਇਲਾਵਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਆਵਾਜ਼ ਉਠਾਵਾਂਗਾ ਸਰਕਾਰਾਂ ਨੂੰ ਵੀ ਕਿ ਜਿੰਨੀ ਵੀ ਸਰਕਾਰਾਂ ਨੇ ਇਹ ਆਪਣੇ ਸਰਕਾਰੀ ਕਰਮਚਾਰੀਆਂ ਨੂੰ ਆਯੁਰਵੇਦ ਦੇ ਹਸਪੀਟਲ ਨੂੰ ਵੀ ਪੈਨਲ ਕਰਨ ਤਾਂ ਕਿ ਇਲਾਜ ਉਹਨਾਂ ਦਾ ਫ੍ਰੀ ਹੋ ਜਾਵੇ। ਡਾਕਟਰਸ ਦਾ ਚੈਂਬਰ ਹੈਗਾ, ਮੈਂ ਤੁਹਾਨੂੰ ਦਿਖਾ ਦਿੰਦਾ। ਨਮਸਕਾਰ, ਕੈਸੇ ਹੋ ਆਪ? ਠੀਕ ਹੋ? ਇਹ ਡਾਕਟਰ ਅੰਨੂ ਹੈਗੇ ਆ ਸਾਡੇ ਨਾਲ, ਜਿਹੜੇ IPD ਹੈਡ ਹੈਗੇ ਆ, ਸਾਰਾ डिपार्टमेंट है देखते हैं। डॉक्टर रचना, डॉक्टर अंकित, डॉक्टर नितिका जो सारा डाइट का सेक्शन देखती हैं। तो ये हमारे डॉक्टर्स, इधर डॉक्टर हिमांशु, ये साढ़े एक ਬਹੁਤ ਵੱਡੀ ਟੀਮ ਹੈ ਤੁਹਾਡੇ। ਟੋਟਲ ਇੱਥੇ ਇਸ ਟਾਈਮ 17 ਡਾਕਟਰ ਹੈਗੇ ਤੇ ਟੀਮ ਹੈਗੀ 160 ਬੰਦਿਆਂ ਦੀ। ਪੇਸ਼ੈਂਟ 100 ਹੁੰਦੇ ਆ, ਸਾਡੇ ਕੋਲ ਟੀਮ 160 ਬੰਦਿਆਂ ਦੀ ਹੁੰਦੀ ਹੈ। ਮਤਲਬ ਸਾਰਾ ਸਟਾਫ ਮਿਲਾਵਾਂ ਤਾਂ 160, ਜਦ ਮੈਂ ਨਹੀਂ ਹੈਗਾ ਵਿੱਚੇ ਦੇ। ਜੀ 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 ਜੀ। ਸੋ ਔਰ ਤੁਹਾਨੂੰ ਹੁਣ ਇੱਥੇ ਦੀ ਨਾ ਜਿਹੜੀ ਉਮਰਾਂ ਵਧਾਉਣ ਵਾਲੀ ਜਿਹੜੀ, ਅਸੀਂ ਤਾਂ ਇਹੀ ਗੱਲ ਕਹਾਂਗੇ ਜੀ ਕਿ ਇਹ ਫਿਰ ਜਿਹੜਾ ਇਸ ਕਿਚਨ ਦੇ ਵਿੱਚ ਤੁਹਾਡੇ ਹਸਪਤਾਲ ਦੇ ਜ਼ਿਆਦਾਤਰ ਹੁੰਦਾ ਹੈ ਕਿ ਬੜਾ ਅਨਹਾਈਜੈਨਿਕ ਭੋਜਨ ਮਿਲਦਾ ਹੈ, ਤੇ ਇੱਥੇ ਮੈਨੂੰ ਲੱਗਦਾ ਕਿ ਜਿਹੜਾ ਕੋਈ ਤੁਹਾਡੇ ਇੱਥੇ ਖਾ ਲੇਗਾ ਉਹਦੀ ਉਮਰ ਵੱਧ ਜਾਣੀ ਹੈ। ਇਹਨਾਂ ਤੋਂ ਪੁੱਛ ਸਕਦੇ ਹੋ ਇਹ ਕੀ ਖਾ ਰਹੇ ਆ, ਦੱਸ ਦੇਣਗੇ। ਕੀ ਹੈ ਭਾਜੀ ਇਹ? ਅਮਲੀ। ਉਹ ਕੀ ਹੁੰਦਾ? ਇਹ ਕਹਿੰਦੇ ਆ ਸਾਤਵਿਕ ਭੋਜਨ ਚ ਆਉਂਦੀ ਹੈ। ਇਹ ਫਰਮੈਂਟਡ ਮਿਲਟਸ ਹੁੰਦੇ ਨੇ। ਇਹ ਸਭ ਤੋਂ ਕਹਿੰਦੇ ਆ ਕਿ ਨਿਊਟ੍ਰੀਸ਼ਨ ਇੱਥੇ ਕੋਈ ਜਿਹੜੇ ਸਾਡੇ ਜ਼ਿਆਦਾਤਰ ਹਸਪਤਾਲ ਦੀਆਂ ਕੰਟੀਨਾਂ 'ਚ ਚਾਹ ਮਿਲਦੀ ਹੈ, ਲੇਜ਼ ਮਿਲਦੇ ਨੇ, ਕੁਰਕੁਰੇ ਮਿਲਦੇ ਨੇ, ਇਸ ਤਰ੍ਹਾਂ ਦਾ ਕੁਝ ਨਹੀਂ ਮਿਲਦਾ ਇੱਥੇ? ਨਹੀਂ ਇਦਾਂ ਦਾ ਕੁਝ ਨਹੀਂ, ਸਭ ਕੁਝ ਇੱਥੇ ਨਿਊਟ੍ਰੀਸ਼ੀਅਸ ਹੈ। ਅੱਛਾ, ਹਾਂਜੀ। ਤੇ ਫਿਰ ਖਾ ਕੇ ਕਿਹੋ ਜਿਹਾ ਲੱਗਦਾ? ਭੁੱਖ ਹਟ ਜਾਂਦੀ ਹੈ ਇਹਦੇ ਨਾਲ? ਮੈਨੂੰ ਤਾਂ ਲੱਗਦਾ ਕਿ ਜਦ ਤੱਕ ਨਹੀਂ ਭੁੱਖ ਦਾ ਕੋਈ ਇਸ਼ੂ ਨਹੀਂ ਹੈ। ਜਦੋਂ ਤੁਸੀਂ ਖਾਣਾ ਸ਼ੁਰੂ ਕਰ ਦਿਓ ਤਾਂ ਫਿਰ ਅਡੈਪਸ਼ਨ ਹੋ ਜਾਂਦੀ ਹੈ, ਤਾਂ ਅਡੈਪਸ਼ਨ ਤੋਂ ਬਾਅਦ ਤਾਂ ਭੁੱਖ ਦੀ ਕੋਈ ਇਸ਼ੂ ਨਹੀਂ ਹੈਗਾ ਇੱਦਾਂ। ਇਹ ਕੀ ਖਿਲਾ ਕੀ ਰਹੇ ਹੋ ਜੀ ਇੱਥੇ ਲੋਕਾਂ ਨੂੰ? ਇਹ ਅੰਬਲੀ ਹੈ, ਜਿਵੇਂ ਇਹ ਮਿਲਟਸ ਖਾ ਰਿਹਾ ਹੈ, ਤੁਸੀਂ ਫੂਡ ਦੀ ਫੋਟੋ ਦਿਖਾ ਸਕਦੇ ਹੋ। ਇਹ ਮਿਲਟਸ ਹੈਗੇ ਆ ਜਿਹੜੇ ਸਬਜ਼ੀਆਂ ਪਾ ਕੇ ਬਣਾਏ ਗਏ ਆ, ਜਿਨ੍ਹਾਂ ਨੂੰ ਆਪਾਂ ਸਭ ਤੋਂ ਬੈਸਟ ਅਨਾਜ ਕਹਿੰਦੇ ਆ। ਇਹ ਮਿਲਟਸ ਦੀ, ਜਿਵੇਂ ਗੇਹੂੰ ਹੈ ਨਾ, ਉਹ 1% ਫਾਈਬਰ ਦੀ ਆਈਟਮ ਹੈ, ਚਾਵਲ 0.2% ਫਾਈਬਰ ਦੀ ਆਈਟਮ ਹੈ, ਇਹ 9% ਫਾਈਬਰ ਦੀ ਆਈਟਮ ਹੈ। ਇਹ ਆਪਣੇ ਦੇਸੀ ਅਨਾਜ ਨੇ, ਇਹਨਾਂ ਨੂੰ ਉਹ ਦੇਸੀ ਕਹੂੰਗਾ ਨਾ ਮੈਂ, ਮੂਲ ਅਨਾਜ ਇਹਨਾਂ ਨੂੰ ਅਸੀਂ ਮੂਲ ਅਨਾਜ ਕਹਿੰਦੇ ਆ ਇਹਨਾਂ ਨੂੰ। ਤੇ ਫਿਰ ਇਹ ਤਾਂ ਆਚਾਰੀਆ ਜੀ ਇਹ ਗੱਲ ਹੋਈ ਹੈ ਕਿ ਫਿਰ ਜਿਹੜਾ ਇਹ ਖਾਣਾ ਤੁਹਾਡੀ ਕੰਟੀਨ ਦਾ ਹੀ ਇੱਥੇ ਖਾ ਲੇ,
ਤੇ ਉਹਦੀ ਉਮਰ ਵੱਧ ਜਾਣੀ ਹੈ 5-4 ਸਾਲ ਤਾਂ ਵੈਸੇ ਹੀ उम्र ਵੱਧ ਜਾਣੀ ਉਹਦੀ। ठीक कर ये चले या छुट्टी करके आज आपको कितने दिन हो गए यहाँ पे आए हुए? आज छुट्टी आपकी? ये पूरी टीम आई हुई है, इनसे ही पूछ लेते हैं। ਕੀ नाम है थोड़ा, क्या नाम है आपका? पिंकी, कहाँ से हैं आप? आसाम से। तो यहाँ पे क्यों आए थे आप? इलाज कराने, क्या प्रॉब्लम क्या थी? किडनी की प्रॉब्लम। अब ठीक है? अब ठीक, कितने टाइम से प्रॉब्लम थी? 1 साल से। तो डायलिसिस पे थे? 1 साल पहले हुआ था, अभी नहीं हुई। अच्छा अभी नहीं, अब ठीक है बिल्कुल ही। बिल्कुल ठीक। ਤੇ ਜੀ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਅਸੀਂ ਕਿਚਨ ਨਹੀਂ ਹੈਗਾ, ਇਹ ਰਸੋਈ ਹੈ। ਉਹ ਰਸੋਈ ਹੈ ਜਿਹੜੀ ਕਿ ਜਿੱਥੇ ਰੋਟੀ ਖਾਣ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਦਿੱਕਤਾਂ ਦੂਰ ਹੁੰਦੀਆਂ ਨੇ। ਸਤਿ ਸ਼੍ਰੀ ਅਕਾਲ। क्या नाम है आपका? मेरा नाम अमरेंद्र बहादुर हुआ और बीमारी शुरू होती है खाना खाने से ही, और आचार्य जी के अनुसार बीमारी जो समाप्त होने की पहली जो सीढ़ी है वो भोजन ही है। ये इस चीज़ का समझ यहाँ पर आकर मुझे हुआ एहसास, और मेरा लीवर ट्रांसप्लांट हो चुका है आज से 4.5 साल पहले, और उसमें 30-35 लाख रुपए लग चुके हैं। और उसकी दवा खाने से मेरी किडनी खराब हुई और डॉक्टर मुझे 1.5 साल से बुला रहे हैं किडनी ट्रांसप्लांट करने के लिए और डायलिसिस करने के लिए, लेकिन मैं नहीं गया। मेरी जिद थी कि मैं और अल्टरनेटिव मेडिसिन से ठीक होऊंगा, दोबारा नहीं जाऊंगा, और अपनी जिद और ऊपर वाले की कृपा, गुरु की कृपा से मैं यहाँ पर आया। ਅੱਛਾ ਤੁਹਾਨੂੰ ਲੀਵਰ ਪ੍ਰੋਬਲਮ ਸੀ ਤੇ ਲੀਵਰ ਤੋਂ ਬਾਅਦ ਕਿਡਨੀ ਦੀ ਪ੍ਰੋਬਲਮ ਵੀ ਤੁਹਾਨੂੰ ਆਈ? किडनी की प्रॉब्लम, लीवर की जो मेडिसिन थी इम्यूनोसप्रेसिव मेडिसिन, उसको खाने से हुई। डॉक्टर ने भी कहा कि इम्यूनोसप्रेसिव मेडिसिन जो पैनग्राफ होता है उसको खाने से साइड इफ़ेक्ट होती है, किडनी खराब होती है 100%। ਤੇ ਫਿਰ ਇੱਥੇ ਆ ਕੇ ਠੀਕ ਹੋਇਆ ਸਭ? यहाँ पर इसके जब मैं यहाँ आया उसके पहले मुझे ईचिंग थी बहुत ज़्यादा, तो 100% ईचिंग मेरी फर्स्ट डे ही आफ्टर वाटर टब के बाद से ठीक हो गई 100%। 100%। उसके बाद मेरी इंसुलिन चल रही थी 20 सुबह दोपहर शाम, नोवा रैपिड, वो भी सेम डे आने के बाद से डॉक्टर यहाँ पर जो टीम थी उन्होंने कहा छोड़ देने के लिए। तो अभी तक मैंने 10 दिन मैं 15 जुलाई को आया हूँ, अभी तक मैं दोबारा इंसुलिन नहीं लिया। 15 दिन तो इंसुलिन नहीं ली? नहीं ली। तो शुगर ठीक है? हाँ शुगर कंट्रोल है, 130, 35, 110, 40, 50 भी ऐसे भी रहा, मतलब बड़ा नहीं है, नीचे ही रहा। और उसके बाद बीपी हमारी जो है वो भी कंट्रोल में है। बीपी की मेडिसिन मैं खाता था 5 mg, वो भी। इतनी बीमारी आप इकट्ठी करी फिरते थे शरीर में? इतनी बीमारी इकट्ठा होने का कारण जो है, कुछ अपने कर्म होते हैं, अच्छे कर्म बुरे कर्म। अच्छे कर्म किया तो बचा हूँ आपके सामने, बुरे कर्म किया उसका फल आपके सामने है। अच्छे कर्म आपके ज़्यादा है मुझे लगता है। नहीं वो जो आप यहाँ पे आ गए तो अच्छे ही कर्म है। वो तो मैंने बल बोला ना, सबकी दुआ है मैं यहाँ पर हूँ, तो इतनी सारी बीमारी के बाद भी मैं अकेले आया हूँ यहाँ पर, तो वो बहुत बड़ी बात है। जी तो की कहोगे आचार्य जी की कहो? इन्होंने बहुत अच्छी शुरुआत की है, मुझे बहुत खुशी है। मैं चाहता भी हूँ कि अगर मुझे भी मौका मिलेगा तो मैं अपनी तरफ से जो कुछ भी सहयोग करना चाहूँगा। मैं पटना का रहने वाला हूँ, मैं चाहता हूँ कि पटना में भी हिम्स खुले, मुझसे जो कुछ भी होगा सहयोग मैं करूँगा, हर तरह से मैं करने को तैयार हूँ। और ये मेरी शुभकामना है, ऊपर वाले से प्रार्थना है कि ये बहुत आगे जाए। जी जी बहुत बहुत शुक्रिया। जी 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 तो ਇੱਥੇ ਤੇ ਫਿਰ ਆਚਾਰੀ ਜੀ ਜਿਹੜੇ ਮਰੀਜ਼ ਹੈਗੇ ਨੇ ਖੁਦ ਬ ਖੁਦ ਆਪਣੇ ਆਪ ਨੂੰ ਸਾਰੀਆਂ ਚੀਜ਼ਾਂ ਦੱਸ ਰਹੇ ਨੇ ਤੇ लो मैं अपनी किचन का आपको दवाइयाँ दिखाता हूँ। ये हमारी किचन की कांटेदार कैप्सूल, ये हमारी किचन की एक गोली, ये भी कैप्सूल कह सकते हो, अलग शेप का, ये गोली कह सकते हो इसको, ये भी गोली है। ये आपके सामने हमारी किचन है, ये हमारे शेफ़ हैं, ये टीम है आपके सामने। किचन आप बड़े बड़े होटलों की किचन में जाओ, वहाँ क्या मिलेगा आप देखो, वो वहाँ पे तोरी हैगी है, अपना धनिया पुदीना चटनियाँ बन रही हैं। अच्छा पानी भी है, तो देखो तांबे के लोटे में है, ये देखो आप पानी भी तांबे के लोटे में है। ये आपका सैलड फ्रूट है। अच्छा ऐसा नहीं है कि हम यही खिलाते हैं। ਮੈਨੂੰ ਤਾਂ ਇਹ ਲੱਗਦਾ ਹੈ ਕਿ ਤੁਹਾਡੀ ਰਸੋਈ ਦੇ ਉੱਤੇ ਵੀ ਸਾਨੂੰ ਇੱਕ ਸਪੈਸ਼ਲ ਜਿਹੜੀ ਉਹ ਵੀਡੀਓ ਸ਼ੂਟ ਕਰਨੀ ਪੈਣੀ ਹੈ ਤਾਂ ਕਿ ਲੋਕਾਂ ਨੂੰ ਅਸੀਂ ਜਿਹੜੇ ਘੱਟ ਜਾਗਰੂਕ ਨੇ ਉਹਨਾਂ ਨੂੰ ਮੈਂ ਤੁਹਾਨੂੰ ਕਿਹਾ ਸੀ ਨਾ, ਦੇਖੋ ਵੀ ਇੱਥੇ ਕੈਪਸੂਲ ਦੀ ਥਾਂ ਤੇ ਲੋਕੀ ਦਿੰਦੇ ਨੇ ਤੇ ਕੈਪਸੂਲ ਦੀ ਥਾਂ ਤੇ ਲੋਕੀ ਹੈ ਇੱਥੇ ਜਿਹੜੀ ਮਿਲ ਰਹੀ ਹੈ। 5 ਤਰ੍ਹਾਂ ਦੇ ਮਿਲਟ ਹੁੰਦੇ ਆ, ਇਹ 2-2 ਤਰ੍ਹਾਂ ਦੇ ਮਿਲਟ ਆਪਾਂ ਚੇਂਜ ਕਰਕੇ ਖਵਾਉਂਦੇ ਆ। प्लस जो दाल भी बनती है ना, आप नोटिस तुसी ध्यान देखो, विच धनिया पुदीना टमाटर मसाले जड़े हैं सारे जड़ी बूटियाँ हैगी हैं, मतलब हम डालते हैं। ये देखो साइड में कितने पत्ते हैं। अब हमारे घरों में जो दाल बनती है वो अलग तरीके से बनती है, ऐसे दाल अलग तरीके से बनती है। ये सारा कुछ देखो,
ਆ ਨੀਮ ਦੇ ਪੱਤੇ ਪਏ ਹੈ, ਆ ਸਾਰੇ ਮਸਾਲੇ ਹੈਗੇ ਆ, ਹਲਦੀ, ਧਨੀਆ, ਜੀਰਾ, ਸਾਰਾ ਕੁਝ ਇੱਥੇ ਉਹੀ ਹੈਗਾ ਜੋ ਐਕਚੁਅਲ ਨੈਚੁਰਲ ਹੋਣਾ ਚਾਹੀਦਾ ਹੈ। ਮਤਲਬ ਜਿਹਨੂੰ ਰਸੋਈ ਕਹਿੰਦੇ ਨੇ, ਇਹ ਉਹ रसोई है ਜਿਹਨੂੰ रसायन ਅਸੀਂ ਕਹਿੰਦੇ ਆ। एक बार अब ये देखो, ये मटका है, ये मटके का मैं ढक्कन हटा रहा हूँ, ये सूती कपड़ा हटाएंगे तो ये फर्मेंटेशन कर रहे हैं मिलट्स की, मतलब मिलट ਨੂੰ ਆਪਾਂ ਅਮਲੀ ਬਣਾ ਰਹੇ ਆ ਮਿਲਟ ਦੀਆਂ। ਇਹ ਫਰਮੈਂਟਡ ਮਿਲਟ ਹੈਗੇ ਹੈ ਤੇ ਇਹ ਮਟਕੇ 'ਚ ਹੀ ਬੰਦੇ ਹੈ। ਇਹ ਇੱਕ ਵਾਰੀ ਉਬਾਲ ਕੇ ਪਾਣੀ ਭਰ ਕੇ ਬਾਅਦ ਅੰਦਰ ਭਰਨਾ ਪੈਂਦਾ, ਫਿਰ ਇਹ ਫਰਮੈਂਟੇਸ਼ਨ ਸ਼ੁਰੂ ਹੋ ਜਾਂਦੀ ਹੈ। ਇਹਦਾ ਕੀ ਫਾਇਦਾ ਰਹਿੰਦਾ? ਇੱਕ ਮਿਲਟ ਅਸੀਂ ਵੈਸੇ ਹੀ ਖਾ ਮਿਲਟਸ ਖਾਣਾ ਤੇ ਮਿਲਟਸ ਨੂੰ ਅਮਲੀ ਬਣਾ ਕੇ ਖਾਣਾ, ਸਮਝੋ 10 ਗੁਣਾ ਹੋਰ ਫਾਇਦਾ। ਮਤਲਬ ਤੁਸੀਂ 1 ਸਾਲ ਦੇ ਬੱਚੇ ਹੋ ਤੇ ਤੁਸੀਂ ਹੁਣ 6 ਫੁੱਟ ਦੇ ਬੱਚੇ ਹੋ, ਕਿੰਨਾ ਫਰਕ ਹੈ? ਤੁਹਾਡਾ ਮੁੱਕਾ ਵੱਧ ਗਿਆ ਕਿ ਜਾਨ ਵੱਧ ਗਈ ਕਿ ਘਟ ਗਈ? ਨਹੀਂ, ਉਹ ਤਾਂ ਵਧੇਗੀ। ਤੁਸੀਂ ਇਹਨੂੰ 6 ਘੰਟੇ ਰੱਖ ਕੇ ਨਾ ਸ੍ਰਿਸ਼ਟੀ ਦੀ ਪਾਵਰ ਲੈ ਲਈ, ਇਹਦੇ 'ਚ ਗੁੱਡ ਬੈਕਟੀਰੀਆ ਪੈਦਾ ਕਰ ਲਈ। ਜਿਵੇਂ ਦੁੱਧ ਤੋਂ ਜ਼ਿਆਦਾ ਪਾਵਰਫੁਲ ਦਹੀਂ ਹੈ, ਮਾਂ ਦੀ ਵੀ ਪਾਵਰ ਆ ਗਈ ਮਿੱਟੀ ਦੀ, ਕਿਉਂਕਿ ਮਿੱਟੀ ਪਲੱਸ ਹਵਾ ਪਲੱਸ ਪਾਣੀ, ਇਹ ਤਿੰਨਾਂ ਨਾਲ ਇਹ ਫਰਮੈਂਟੇਸ਼ਨ ਹੋ ਗਈ, ਉਹ ਦਵਾਈ ਬਣ ਗਈ ਆਪਣੇ ਆਪ ਹੀ। ਬਹੁਤ ਵਧੀਆ ਕਨਸੈਪਟ ਹੈਗਾ ਜਿਹੜਾ ਇੱਥੇ ਤੁਸੀਂ ਦੇਖੋ ਕਿ ਦਿੱਤੇ ਗਏ ਨੇ। ਬਹੁਤ ਚੰਗੇ ਤਰੀਕੇ ਨਾਲ, ਵੱਖ-ਵੱਖ ਤਰੀਕਿਆਂ ਨਾਲ ਜਿਹੜੀਆਂ ਇੱਥੇ ਦਵਾਈਆਂ ਦੇ ਰੂਪ ਦੇ ਵਿੱਚ ਦੇਖੋ ਤੁਸੀਂ ਬਦਾਮ ਪਏ ਨੇ, ਤੇ ਫਿਰ ਅਬ ਦਵਾਈਆਂ ਦੇ ਰੂਪ ਤੇ ਬਦਾਮ, ਦਾਖਾਂ, ਕਾਜੂ ਇਹ ਵੀ ਰੱਖੇ ਸਭ ਭਿਗੋਏ ਜਾਂਦੇ ਹੈ। ਇਹ ਗ੍ਰੀਨ ਜੂਸ ਹੈ, ਇਹ ਬਦਾਮ, ਇਹ ਸਪਰਾਊਟਸ, ਇਹ ਸਭ ਦਵਾਈ ਹੈ। ਇੱਥੇ ਦੀ ਡਾਈਟ ਹੈ, ਸਿਸਟਮ ਹੈ ਇੱਕ, ਪਹਿਲਾਂ ਕੀ ਖਾਣਾ ਹੈ, ਫਿਰ ਕੀ ਖਾਣਾ ਹੈ। ਪੇਸ਼ੈਂਟ ਹੈ, ਕੋਈ ਕਿਡਨੀ ਫੇਲ ਹੈ ਉਹਨੂੰ ਕੀ ਖਾਣਾ ਹੈ, ਕੋਈ ਲੀਵਰ ਫੇਲ ਹੈ ਉਹਨੂੰ ਕੀ ਖਾਣਾ ਹੈ। ਪਲੱਸ ਮੇਰੇ ਹੱਥੇ ਤੁਹਾਡੇ ਸਾਹਮਣੇ ਫਾਈਲਾਂ ਨੇ, ਉਹ ਸਬੂਤ ਹੈਗੇ ਹੈ। ਮੈਂ ਵਿੱਚ ਤੁਹਾਨੂੰ ਸਬੂਤ ਵੀ ਦਿਖਾ ਰਿਹਾ ਕਿ ਦੁਨੀਆ ਠੀਕ ਹੁੰਦੀ ਹੈ ਤਾਂ ਉਹਦਾ ਸਬੂਤ ਵੀ ਆਉਣਾ ਚਾਹੀਦਾ ਹੈ। ਮਨੀਸ਼ ਜੀ, ਇੱਥੇ ਮੈਂ ਇੱਕ ਹੋਰ ਵੀ ਚੀਜ਼ ਇੱਥੇ ਦੇਖੀ ਸੀ ਜਦੋਂ ਮੈਂ ਇੱਥੇ ਆਇਆ ਸੀ ਵੇਖਣ, ਤੇ ਇੱਥੇ ਤੁਸੀਂ ਲੋਕਾਂ ਨੂੰ ਸਿਰ ਪਾਨੇ ਪਾਇਆ ਹੋਇਆ ਹੈ। ਉਹ ਸਿਰ ਪਾਨੇ ਪਾਉਣ ਨਾਲ ਕੀ ਹੁੰਦਾ ਜੀ? ਮੈਂ ਪੁੱਛਿਆ ਵੀ ਸੀ ਇੱਥੇ, ਉਹਨਾਂ ਨੇ ਵੀ ਬੜਾ ਵਧੀਆ ਜਵਾਬ ਦਿੱਤਾ, ਪਰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਸਮਝਾਓ ਕਿ ਜਿਹੜੇ ਲੋਕ ਇੱਥੇ ਔਰ ਥੱਲੇ ਦੇ ਪੈਰ ਉੱਪਰ ਤੇ ਇਹ ਕੀ ਚੱਲ ਰਿਹਾ? ਲੰਗਰ ਵੀ ਹੈ ਜਿਹੜਾ ਇਹ ਇੱਥੇ ਜਿਹੜੇ ਵੀ ਪੇਸ਼ੈਂਟਸ ਆਉਂਦੇ ਹੈ, ਜੋ ਵੀ ਇੱਥੇ ਟੀਮ ਹੈਗੀ ਹੈ, ਸਟਾਫ ਹੈਗਾ, ਜੋ ਪੇਸ਼ੈਂਟ ਦੇ ਅਟੈਂਡੈਂਟ ਆਉਂਦੇ ਹੈ, ਉਹਨਾਂ ਵਾਸਤੇ ਤੇ ਭੋਜਨ ਸੁਵਿਧਾ ਹੈ। ਇਹ ਸਭ ਨਿਸ਼ੁਲਕ ਹੈ, ਆਪਾਂ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੇ। ਪਲੱਸ ਜਿਹੜੇ ਰੋਜ਼ ਪੇਸ਼ੈਂਟ ਆਉਂਦੇ ਦੂਰੋਂ ਦਿਖਾਉਣ ਵਾਸਤੇ, ਉਹਨਾਂ ਦੇ ਖਾਣ ਦੀ ਵਿਵਸਥਾ ਹੈਗੀ ਹੈ। ਸੋ ਹੁਣ ਤੁਹਾਨੂੰ ਅਸੀਂ ਇੱਕ ਅਜਿਹੇ ਬੈੱਡ ਦਿਖਾਉਣੇ ਆ, ਅਜਿਹੇ ਬਿਸਤਰੇ ਦਿਖਾਉਣੇ ਆ ਜਿਸ ਦੇ ਉੱਤੇ ਸਿਰ ਪਾਨੇ, ਯਾਨੀ ਕਿ ਸਿਰ ਵਾਲੇ ਪਾਸੇ ਨੂੰ ਸੌਣ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ, ਕ੍ਰੋਨਿਕਲ ਬਿਮਾਰੀਆਂ, ਉਹ ਦੂਰ ਹੁੰਦੀਆਂ ਨੇ। ਕਿੱਦਾਂ ਹੁੰਦੀਆਂ ਨੇ, ਕਿਵੇਂ ਹੁੰਦੀਆਂ ਨੇ? ਸਾਡੇ ਨਾਲ ਨੇ ਆਚਾਰੀਆ ਮਨੀਸ਼ ਜੀ। ਮਨੀਸ਼ ਜੀ, ਸਾਡੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਬੈੱਡ ਨੇ, ਬਿਸਤਰੇ ਨੇ, ਉਹ ਬਿਲਕੁਲ ਸਟ੍ਰੇਟ ਹੁੰਦੇ ਨੇ, ਸਿੱਧੇ ਹੁੰਦੇ ਨੇ, ਤੁਸੀਂ ਪੁੱਠੇ ਪਾਏ ਨੇ ਜੀ। ਦੇਖੋ ਜੀ, ਇਹ ਥੈਰੇਪੀ ਹੈ ਜਿਹਨੂੰ ਹੈਡ ਡਾਊਨ ਟਿਲਟ ਬੋਲਦੇ ਆ, ਜਿੰਦੇ ਸਿਰ ਥੱਲੇ ਹੁੰਦਾ 10 ਡਿਗਰੀ, ਪੈਰ ਉੱਚੇ ਹੁੰਦੇ ਆ। ਜਿਨ੍ਹਾਂ ਨਾਲ ਹੁੰਦਾ ਕੀ ਹੈ, ਆਪਾਂ ਸਾਰਾ ਦਿਨ ਜ਼ਮੀਨ ਤੇ ਖੜੇ ਰਹਿੰਦੇ ਆ, ਸਾਡੇ ਹਾਰਟ ਤੇ ਲੋਡ ਪੈਂਦਾ ਹੈ, ਬਲੱਡ ਸਰਕੂਲੇਸ਼ਨ ਨੂੰ ਜ਼ੋਰ ਲੱਗਦਾ ਹੈ, ਕਿਉਂਕਿ ਗੁਰੂਤਵਾਕਰਸ਼ਣ ਸ਼ਕਤੀ ਕਰਕੇ ਸਾਡੇ ਬਲੱਡ ਨੂੰ ਘੁੰਮਣ ਦੀ ਦਿੱਕਤ ਆਉਂਦੀ ਹੈ। ਤੇ ਇਹਦੇ ਉੱਤੇ ਰਿਸਰਚ ਵੀ ਹੋ ਚੁੱਕੀ ਹੈ। ਇਹ ਬੇਸਿਕਲੀ ਕਿਡਨੀ ਫੇਲ ਦੇ ਪੇਸ਼ੈਂਟ ਵਾਸਤੇ ਹੈਗਾ। ਜਿਨ੍ਹਾਂ ਦੀ ਕਿਡਨੀ ਫੇਲ ਕਰ ਜਾਂਦੀ ਹੈ ਉਹਨਾਂ ਨੂੰ ਇਹ ਥੈਰੇਪੀ ਕਰਦੇ ਆ। ਅਸੀਂ ਲੋਕਾਂ ਨੂੰ ਵੀ ਸਿਖਾਉਂਦੇ ਹਾਂ ਘਰੇ ਕਰਨਾ ਹੈ। ਅੱਧਾ ਘੰਟੇ ਤੋਂ ਲੈ ਕੇ 2 ਘੰਟੇ ਤੱਕ ਐਵੇਂ ਲੇਟਣਾ ਹੁੰਦਾ ਹੈ, ਜਿਹਦੇ ਨਾਲ ਹੁੰਦਾ ਕੀ ਹੈ, ਵਾਪਸ ਤੁਹਾਡੀ ਕਿਡਨੀ ਧੀਰੇ ਧੀਰੇ ਰੀਜਨਰੇਟ ਕਰਨਾ, ਰਿਪੇਅਰ ਹੋਣਾ ਸ਼ੁਰੂ ਹੋ ਜਾਂਦੀ ਹੈ। ਮੈਂ ਤੁਹਾਨੂੰ ਰਿਪੋਰਟ ਵੀ ਦਿਖਾ ਦਿੰਦਾ। ਲੈਂਸੈਟ ਪੂਰੇ ਵਰਲਡ ਦਾ ਇੱਕ ਪ੍ਰਤੀਸ਼ਠਿਤ ਜਰਨਲ ਹੈ। ਇਹਦੇ ਵਿੱਚ 1987 ਵਿੱਚ ਕੀ ਲਿਖਿਆ ਹੋਇਆ ਹੈ, ਹੈਡ ਡਾਊਨ ਟਿਲਟ ਐਜ਼ ਏ ਸਾਈਕੋਲੋਜੀਕਲ ਡਾਇਰੂਟਿਕ ਇਨ ਨਾਰਮਲ ਕੰਟਰੋਲਸ ਐਂਡ ਇਨ ਪੇਸ਼ੈਂਟ ਵਿਦ ਫਲੂਇਡ ਰਿਟੇਨਿੰਗ ਸਟੇਟਸ। ਯਾਨੀ ਕਿ ਜਿਹੜੇ ਵੀ ਪੇਸ਼ੈਂਟ ਨੂੰ ਪਿਸ਼ਾਬ ਨਹੀਂ ਆ ਰਿਹਾ ਜਾਂ ਕੰਟਰੋਲ ਨਹੀਂ ਗਾ ਜਾਂ ਬੋਡੀ 'ਚ ਪਾਣੀ ਭਰ ਰਿਹਾ, ਜਿਹਨੂੰ ਡਾਇਲਿਸਿਸ ਕਰਾਉਂਦੇ ਆਪਾਂ, ਅਗਰ ਉਹ ਪੇਸ਼ੈਂਟ ਹੈਡ ਡਾਊਨ ਟਿਲਟ ਕਰਦੇ ਹੈ, ਉਹ ਪਹਿਲੇ ਨਾਲੋਂ ਬੈਟਰ ਹੋ ਜਾਂਦੇ ਆ। ਨਾਲੇ ਉਹਨਾਂ ਦੀ ਬੋਡੀ 'ਚ ਕਿਡਨੀ ਤੇ ਲੀਵਰ ਜ਼ਿਆਦਾ ਵਧੀਆ ਫੰਕਸ਼ਨ ਕਰਨ ਲੱਗ ਜਾਂਦੇ ਹੈ। ਇਹ ਰਿਸਰਚ ਪੇਪਰ ਇਸੀ ਗੱਲ ਦਾ ਗਵਾਹ ਹੈ। ਤੇ ਇਹ ਪੇਸ਼ੈਂਟ ਵੀ ਨੇ, ਤੁਸੀਂ ਮਿਲ ਵੀ ਸਕਦੇ ਹੋ, ਪੁੱਛ ਵੀ ਸਕਦੇ ਹੋ। ਇਹ ਜਗ੍ਹਾ ਤੋਂ ਅਲੱਗ-ਅਲੱਗ ਸਟੇਟ ਤੋਂ ਆਏ ਹੋਏ ਹੈ। ਇਸ ਟਾਈਮ ਲੰਚ ਟਾਈਮ ਚੱਲ ਰਿਹਾ ਹੈ ਤੇ ਇੱਥੇ ਪੇਸ਼ੈਂਟ ਘੱਟ ਨੇ, ਵਰਨਾ ਇਹ ਪੂਰਾ ਦਿਨ ਸਾਰਾ ਦਿਨ ਫੁੱਲ ਰਹਿੰਦਾ ਹੈ। ਇਹ ਇੱਥੇ ਥੱਲੇ ਹਾਲ ਵੀ ਹੈ ਸਾਡੇ ਕੋਲ। ਜਦੋਂ ਲੋੜ ਪੈਂਦੀ, ਜਦੋਂ ਬਾਰਿਸ਼ ਦਾ ਮੌਸਮ ਹੁੰਦਾ, ਯੋਗਾ ਥੱਲੇ ਕਰਾਉਂਦੇ ਆ, ਮੈਡੀਟੇਸ਼ਨ, ਵਰਨਾ ਬਾਹਰ ਹੁੰਦੀ ਹੈ। ਅਸੀਂ ਇਸ ਗਲੋਬ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਦੋਂ ਅਗਲੇਰੀਆਂ ਵੀਡੀਓ ਦੇ ਵਿੱਚ। ਤੁਸੀਂ ਇਹ ਬੜਾ ਵਧੀਆ ਸੁਨੇਹਾ ਜਿਹੜਾ ਦਿੱਤਾ ਗਿਆ ਬਲੈਕ ਤੇ ਔਰੇਂਜ ਗਲੋਬ ਦਾ, ਇਹ ਕੀ ਥੋੜਾ ਜਿਹਾ ਸਾਨੂੰ ਥੋੜਾ ਜਿਹਾ ਸਮਝਾਓ ਜ਼ਰੂਰ। ਦੇਖੋ, ਜੋ ਵੀ ਇਹ ਬਲੈਕ ਤੇ ਔਰੇਂਜ ਗਲੋਬ ਨੇ ਨਾ, ਜਦੋਂ ਤੁਸੀਂ ਕੋਈ ਵੀ ਟੈਨਸ਼ਨ ਹੋਏਗੀ, ਸ਼ੱਕ ਹੋਏਗਾ, ਵਹਿਮ ਹੋਏਗਾ, ਕਮਜ਼ੋਰ ਹੋਗੇ, ਜਦੋਂ ਦਿਮਾਗੀ ਰੂਪ ਤੋਂ ਮਾਨਸਿਕ ਰੂਪ ਤੋਂ ਪਰੇਸ਼ਾਨ ਹੋਗੇ, ਤਾਂ ਤੁਹਾਨੂੰ ਬਲੈਕ ਵਾਲੀ ਪ੍ਰੋਬਲਮ ਹੀ ਵਧੀਆ ਚਲੀ ਜਾਣਗੀਆਂ। ਤੁਸੀਂ ਉਸੇ ਟਾਈਮ ਆਪਣੇ ਮਨ ਨੂੰ ਸਮਝਾਓ ਕਿ ਨਹੀਂ, ਮੈਨੂੰ ਤਾਂ ਔਰੇਂਜ 'ਚ ਰਹਿਣਾ ਹੈ। ਔਰੇਂਜ ਮਤਲਬ ਉਗਦੇ ਸੂਰਜ ਦਾ ਰੰਗ, ਭਗਵਾ ਰੰਗ, ਆਪਣੇ ਦੇਸ਼ ਦਾ ਰੰਗ, ਆਪਣੀ ਸੰਸਕ੍ਰਿਤੀ ਦਾ ਰੰਗ। ਜਿਵੇਂ ਹੀ ਤੁਸੀਂ ਉੱਧਰ ਜਾਓਗੇ ਤੇ ਤੁਹਾਨੂੰ ਸਾਰੀ ਪੋਜ਼ਿਟਿਵਿਟੀ, ਉਤਸ਼ਾਹ, ਉਮੰਗ, ਐਨਰਜੀ, मतलब पॉजिटिविटी वो सब आना शुरू हो जाएगा। डिसिप्लिन सब पॉजिटिविटी ऑरेंज है, सारी नेगेटिविटी ब्लैक है। अपने मन में एक हिंट देना है, एक कमांड देना है, एक स्विच करना है कि मैनू रब ब्लैक हैगा, मैनू शिफ्ट तो ऑरेंज। बस वो उवें ही जिवें ऑरेंज आएगा ना, मन आ जाएगा मैं गुस्सा नहीं करना,
मैं गलत नहीं बोलना, मैं टेंशन नहीं ਲੈਣੀ, ਉਹ ਬੰਦਾ ਫਿਰ ਇਮੀਡੀਏਟਲੀ ਉਹ ਸਟ੍ਰੈਸ ਤੋਂ ਬਾਹਰ ਆ ਜਾਏਗਾ। ਮੈਨੂੰ ਲੱਗਦਾ ਕਿ 50% ਬਿਮਾਰੀਆਂ ਤੇ ਤੁਹਾਡੇ ਗਲੋਬਲ ਵਾਲੇ ਫਾਰਮੂਲੇ ਨਾਲ ਹੀ ਲੋਕ ਠੀਕ ਹੋ ਜਾਂਦੇ ਹੋਣੇ। ਦੇਖੋ ਅਸੀਂ ਤਾਂ ਸਿਖਾਉਂਦੇ ਵੀ ਹਾਂ, ਟ੍ਰੇਨਿੰਗ ਵੀ ਦਿੰਦੇ ਹਾਂ, ਹੁਣ ਇਹ ਲੋਕਾਂ ਤੇ ਡਿਪੈਂਡ ਕਰਦਾ ਹੈ ਉਹ ਕਿੰਨਾ ਉਹਨੂੰ ਫੋਲੋ ਕਰਦੇ ਆ। ਹੁਣ ਤੁਸੀਂ ਟੈਨਸ਼ਨ ਆ ਗਈ, ਤੁਹਾਨੂੰ ਪਰੇਸ਼ਾਨ ਹੋ ਗਏ, ਤੁਸੀਂ ਮਨ ਨੂੰ ਕਿਵੇਂ ਸਵਿਚ ਕਰੋਗੇ ਉਧਰਲੇ ਪਾਸੇ? ਅਸੀਂ ਔਰੇਂਜ ਗਲੋਬ, ਅਸੀਂ ਮਨ ਨੂੰ ਸਮਝਾ ਲਓ ਔਰੇਂਜ ਗਲੋਬੇ ਜਾਣਾ ਹੈ, ਆਪੇ ਔਰੇਂਜ ਗਲੋਬੇ ਪਹੁੰਚ ਜਾਓਗੇ। ਸੋ ਜੀ ਸੋ ਅੱਗੇ ਤੁਹਾਨੂੰ ਦਿਖਾਉਣੇ ਆ ਇੱਥੇ ਪੰਚਕਰਮਾ ਥੈਰੇਪੀਆਂ ਜਿਹੜੀਆਂ ਇੱਥੇ ਹੁੰਦੀਆਂ ਨੇ ਉਹ ਕਿਸ ਤਰੀਕੇ ਨਾਲ ਇੱਥੇ ਥੈਰੇਪੀਆਂ ਕੀਤੀਆਂ ਜਾਂਦੀਆਂ ਨੇ, ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਸੋ ਇਸ ਹਿਮਸ ਦੇ ਵਿੱਚ, ਇਸ ਹਸਪੀਟਲ ਦੇ ਵਿੱਚ ਹੋਰ ਬਹੁਤ ਸਾਰੀਆਂ ਤਰੀਕਾਂ ਜਿਹੜੀਆਂ ਅਸੀਂ ਤੁਹਾਨੂੰ ਕਾਰਗਰ ਜਿਹੜੇ ਤਰੀਕੇ ਦਿਖਾਏ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਥੈਰੇਪੀ ਹੈਗੀ ਪੰਚਕਰਮਾ ਥੈਰੇਪੀ, ਉਹ ਥੈਰੇਪੀ ਜਿਹੜੀ ਕਿ ਜਿਸ ਦਾ ਵੇਦਾਂ ਦੇ ਵਿੱਚ, ਪੁਰਾਣੇ ਗ੍ਰੰਥਾਂ ਦੇ ਵਿੱਚ ਬੜਾ ਜ਼ਿਕਰ ਹੈਗਾ, ਇੱਥੇ ਅਮਲੀ ਰੂਪ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ। ਇਹ ਕੀ ਥੈਰੇਪੀ ਹੈ ਜੀ ਆਚਾਰੀਆ ਜੀ? ਇਹ ਪ੍ਰੋਪਰ ਆਯੁਰਵੇਦਾ ਸੈਕਸ਼ਨ ਹੈ, ਇਹ ਅੰਦਰ ਥੈਰੇਪੀਆਂ ਚੱਲ ਰਹੀਆਂ, ਮੈਂ ਤੁਹਾਨੂੰ ਅੰਦਰੋਂ ਤਾਂ ਦਿਖਾ ਦਿੰਦਾ। ਜੀ ਕਿ ਥੈਰੇਪੀ ਚੱਲ ਰਹੀ ਹੈ, ਜਿਵੇਂ ਆ ਥੈਰੇਪੀ ਚੱਲ ਰਹੀ ਹੈ ਜਿਹਨੂੰ ਬੋਲਦੇ ਆ ਪੱਤਰ ਪੋਟਲੀ ਜੀ, ਕਿ ਇਸ ਦੇ ਅੰਦਰ ਕੁਝ ਜੜੀ ਬੂਟੀਆਂ ਨੇ ਜਿੰਦੇ ਕਰਕੇ ਆਪਾਂ ਉਹਨਾਂ ਦੀ ਬੋਡੀ ਦੇ ਉੱਤੇ ਬੈਨੀਫਿਟ ਪਹੁੰਚਾ ਰਹੇ ਹਾਂ। ਤੁਹਾਨੂੰ ਕੀ ਫਾਇਦਾ ਹੋਇਆ ਹੁਣ ਤੱਕ ਤੇ ਕੀ ਬੈਨੀਫਿਟ ਹੋਇਆ? ਇੱਕ ਵਾਰ ਉਧਰ ਹੀ ਵਹੀਂ ਜੀ ਕੀ ਨਾਮ ਕੀ ਹੈ ਤੁਹਾਡਾ? अजय। ਅੱਛਾ, ਇਹ ਫਾਇਦਾ ਕੀ ਲੱਗ ਰਿਹਾ ਤੁਹਾਡੇ ਪੋਟਲੀਆਂ, ਇਹ ਹਲਕੀ ਮਸਾਜ ਹੈ ਜਿਹੜੀ ਪੋਟਲੀ ਨਾਲ ਕੀਤੀ ਜਾ ਰਹੀ ਹੈ? मेरा नींद जो डिस्टर्ब था वो इसके कारण इम्प्रूवमेंट हुआ है, अच्छा नींद आ रहा है। अच्छा, अपने घुटनों में जो दर्द होता था वो कम हुआ है, और कुल मिला के एक थकावट जो होती थी वो इसके कारण कम हुई। कितने दिन हुए ने ਤੁਹਾਨੂੰ? मेरा चौथा दिन है, 4th डे। अच्छा, मैं आपसे एक सवाल पूछ रहा हूँ, ऐसे ही रखो फेस आप, क्योंकि हमें चेहरा नहीं दिखाना। मुझे ये बताओ, आपको कितने टाइम से नींद की प्रॉब्लम थी? आप बता रहे थे कि मैं 1.5 घंटे से ज़्यादा लगातार सो ही नहीं पाता था, और कितने दिन से दिक्कत थी आपको? 1 महीने से दिक्कत थी। अभी मतलब ਤੁਹਾਨੂੰ नींद ही नहीं आती सी? कम आती थी शुरू में, तो 1-2 दिन आई नहीं, फिर 1.5 घंटा नींद आती थी, आँख खुल जाती थी। अभी बहुत रिलीफ है। अभी 4 दिन में आपने कल रात को कितने घंटे सोए हो लगातार? मैं 12 बजे से 5 बजे तक सोया। यानी कि सिर्फ 4 दिन में आप चमत्कार देखो कि 5 घंटे हो गई वो नींद जो कि डिस्टर्ब हो चुकी थी, और जिसकी वजह से इनको प्रॉब्लम्स भी आ रही थी, वो भी इनकी बेटर होगी। और भी हर केबिन में थेरेपी चल रही है, ये यहाँ पे टीम भी है हमारा। जी सो ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਥੈਰੇਪੀ ਹੈਗੀ ਹੈ। ਹੁਣੇ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਨਾਲ ਲਗਾਤਾਰ 1 ਮਹੀਨੇ ਤੋਂ ਸਿਰਫ 1 ਤੋਂ 1.5 ਘੰਟਾ ਉਸ ਸ਼ਖਸ ਨੂੰ ਨੀਂਦ ਆਉਂਦੀ ਸੀ, ਪਰ ਉਹਨਾਂ ਦਾ ਕਹਿਣਾ ਹੈ ਕਿ 4 ਦਿਨਾਂ ਦੇ ਵਿੱਚ ਜਿਹੜੀ ਉਹ ਨੀਂਦ ਦੀ ਜਿਹੜੀ ਡਿਊਰੇਸ਼ਨ ਹੈਗੀ ਉਹ 5 ਘੰਟੇ ਤੱਕ ਪਹੁੰਚ ਗਈ। ਹੋਰ ਇਹ ਭਲਵਾਨ ਲਾਏ ਜੀ ਤੁਸੀਂ ਇੱਥੇ, ਜਿਵੇਂ ਭਲਵਾਨਾਂ ਦੀ ਮਸਾਜ ਕਰਦੇ ਆ। ਥੈਰੇਪਿਸਟ ਨੇ ਜਿਹੜੇ ਕਿ ਇਹਨਾਂ ਦੀ ਬੋਡੀ ਤੋਂ ਟੌਕਸਿਨਸ ਕੱਢਦੇ ਆ। मतलब ये बेसिकली आप कहाँ से आप आए हो और प्रॉब्लम क्या थी? इनके एक अटेंडेंट भी है, मैं चाहूँगा वो भी अंदर आ जाएं। बंगाल तो आए हो तुसी? हाँ, बंगाल से। अच्छा, की प्रॉब्लम की सी ਤੁਹਾਨੂੰ? किडनी का प्रॉब्लम है सर। अच्छा, किडनी का क्या प्रॉब्लम क्या था किडनी का? हम सर 3 साल से डायलिसिस लेता है। अच्छा, यही साल आया है, यही खबर पाके। अच्छा हाँ। 3 साल तो ते हुन डायलिसिस, अब डायलिसिस हो रहा है? 3 को करके सप्ताह अच्छा, में। कितने दिन बाद होता है? सप्ताह में 3 को। सप्ताह में 3 दिन। तो यहाँ आए हुए आपको कितने दिन हो गए? अब हुआ है आपका डायलिसिस? 3 दिन, तीसरा दिन चल रहा नहीं, है। अभी यहाँ तो नहीं हुआ ना डायलिसिस? नहीं, जब से आए हो यहाँ नहीं हुआ ना अभी? और कोई दिक्कत भी नहीं लग रही आपको? 1 दिन से डायलिसिस हुआ यहीं वो पर। तो आपका पेंडिंग होगा ना, जो पीछे वाला, वो हमने यहाँ हॉस्पिटल में जो इमरजेंसी रूम बनाया वो किया होगा। वैसे आपको अपने आप को सुधार क्या लग रहा है, फायदा क्या लग रहा है? उधर के सर हम मेरा बीपी ज़्यादा है, और वो बोला कंट्रोल हो रहा है थोड़ा थोड़ा से। ओके, हाँ। आपकी एलोपैथी दवाइयाँ बंद हो गई? नहीं, एलोपैथी दवा चल रहा है, बीपी का चल रहा है। बीपी का चल रहा है, बाकी सब बंद हो गई ना? वापिस हम ये इनके साथ अटेंडेंट भी है। उनका बेनिफिट बोलेगा तो पहले जो उसका डायलिसिस 3 महीने से चल रहा था, पहला ईयर उनका यूरिन हो रहा था, अगला 2 ईयर उनको यूरिन बंद हो गया। अभी जो लास्ट आज का दिन वो बोला कि मुझको थोड़ा थोड़ा प्रेशर आ रहा है। अच्छा। लेकिन मतलब 1 साल से पेशाब बंद था? 2 साल से 2 साल से तकरीबन। और उनका पहले तो 2 ड्रॉप या 3 ड्रॉप यूरिन होता था मॉर्निंग में, अभी वो शायद 4 ड्रॉप या 5 ड्रॉप पे आया है। आज अभी सिर्फ तीसरा दिन है, तो अभी आपके सामने थेरेपी चल रही है, तो ये आयुर्वेद का चमत्कार है। और उनका और एक जो मैं देखा हूँ, उनको जो गर्मी में जब बाथटब में बैठा था तो उनका जो पसीना आता है, वो पसीना आने से पहले जो आप वज़न करते हैं ना, उनका वज़न अगर समझ लीजिए 50 किलो है,
तो जब वो बाथरूम में जाने के बाद बाहर आते हैं, जो पसीना निकलता है उनका पूरा निकलता है, तो उसके बाद उसका तकरीबन 1 किलो कम हुआ। वो यानी ਜਿਹੜੀ ਗੱਲ ਤੁਸੀਂ ਕਹਿ ਰਹੇ डायलिसिस ने फ्लूइड निकालना था, वो टब ने निकाल दिया। वो टब ही डायलिसिस थेरेपी है बेसिकली। हमको भी मतलब अगर जो बीमार है उनको अगर ये चीज़ समझ में आ जाए कि कैसे मतलब बॉडी को कैसे मतलब ठीक, और साइंस ठीक से समझ में आ जाएगा तो शायद मुमकिन है। अभी तो अपना तीसरा दिन ही है। हम वैसे आप जितने भी लोगों से यहाँ मिले हो अभी, तो क्योंकि जो ठीक हो जाता है वो यहाँ रहता है तो है नहीं, वो तो चला जाता है, लेकिन आपने जितना भी इस हॉस्पिटल के बारे में सुना है, जितने भी पेशेंट से अभी तक मिले हो, आपको एक भरोसा आया है कि यहीं पे होगा जो कुछ होगा? बाकी उन्होंने तो कुछ किया नहीं। कहीं पे तो बोलते नहीं है ना कि आपका किडनी 40% ठीक हो जाएगा, ऐसा कभी नहीं बोलता है कि ठीक हो जाएगा, ये बात नहीं बोलते। लेकिन मेरे हाथ में मैं आपको दिखाऊंगा रिसर्च पेपर भी है, ये हार्वर्ड यूनिवर्सिटी का रिसर्च पेपर है जो साफ कह रहा है कि एडल्ट किडनी कॉन्स्टेंटली ग्रो, मतलब जी किडनी जवान भी है वो भी लगातार अपने आप में ग्रो कर दिया। ये रिसर्च पेपर मैं नहीं छापया, इसमें साफ लिखा हुआ है, स्टैनफोर्ड इंस्टीट्यूट फॉर स्टेम सेल बायोलॉजी एंड रीजनरेटिव मेडिसिन का ये रिसर्च पेपर है। और इन्होंने रिसर्च पेपर में फाइंडिंग में क्या पाया कि किडनी अपने आप को रीजनरेट रिपेयर पूरी ज़िंदगी करती रहती है। अब ये रिसर्च पेपर जो है ये क्या एलोपैथी को नहीं पता है, लेकिन ये दुनिया को बता ही नहीं जाते क्योंकि धंधा है डायलिसिस और ट्रांसप्लांट का। तो ये ट्रांसप्लांट के और डायलिसिस के धंधे को बंद करने के लिए हमने ऐसे हिम्स हॉस्पिटल चंडीगढ़ में, डेराबस्सी में, लखनऊ में, संगरूर में, अमृतसर, गुड़गांव शुरू किए हैं ताकि पूरे भारत को आयुर्वेद की शक्ति दिखाई जा सके। ਅੱਛਾ ਜੀ ਆਚਾਰੀਆ ਜੀ, ਫਿਰ ਤੁਹਾਡੇ ਨਾਲ ਮਿਲਣਾ ਹੋਵੇ ਜਾਂ ਤੁਹਾਡੇ ਡਾਕਟਰਸ ਦੇ ਨਾਲ ਮਿਲਣਾ ਹੋਵੇ, ਕਿੱਥੇ ਅਵੇਲੇਬਲ ਹੈਗੀ ਹੈ ਤੁਹਾਡੀ ਟੀਮ? ਔਰ ਖਾਸ ਕਰਕੇ ਕਿਉਂਕਿ ਇਸ ਹਸਪੀਟਲ ਦੀ ਅਸੀਂ ਵੀਡੀਓ ਬਣਾਈ ਹੈ ਤੇ ਲੋਕ ਚਾਹਣਗੇ ਕਿ ਇੱਥੇ ਆ ਕੇ ਹੀ ਉਹ ਜਿਹੜਾ ਆਪਣਾ ਟ੍ਰੀਟਮੈਂਟ ਹੈ ਇੱਕ ਛੱਤ ਹੇਠਾਂ ਬਹੁਤ ਵਧੀਆ ਤਰੀਕੇ ਨਾਲ ਲੈਣ, ਤੇ ਕਿੱਥੇ ਮਿਲ ਸਕਦੇ ਆ ਔਰ ਮਿਲਣ ਦਾ ਢੰਗ ਕੀ ਹੈ ਇੱਥੇ? ਤੁਹਾਨੂੰ ਮਿਲਣ ਦਾ ਢੰਗ ਕੀ ਹੈ, ਡਾਕਟਰਾਂ ਨੂੰ ਮਿਲਣ ਦਾ ਢੰਗ ਕੀ ਹੈ? ਇਹ ਸਾਡਾ ਸਭ ਤੋਂ ਵੱਡਾ ਹਸਪੀਟਲ ਹੈ ਜਿਹੜਾ ਡੇਰਾਬੱਸੀ 'ਚ ਮੌਜੂਦ ਹੈਗਾ, ਜਿਹੜਾ 100 ਬੈੱਡ ਦਾ ਹੈ। ਇੱਥੇ ਮੈਂ ਡਾਕਟਰ ਅਮਰ ਸਿੰਘ ਆਜ਼ਾਦ, ਡਾਕਟਰ ਅਵਧੇਸ਼ ਪਾਂਡੇ ਇਹ ਸ਼ਨੀਵਾਰ ਨੂੰ ਬੈਠਦੇ ਆ। ਬਾਕੀ ਸਾਡਾ ਗੁੜਗਾਂਵ, ਅੰਮ੍ਰਿਤਸਰ, ਚੰਡੀਗੜ੍ਹ, ਜ਼ੀਰਕਪੁਰ, ਇਹਦੇ ਇਲਾਵਾ ਸੰਗਰੂਰ ਤੇ ਆਪਣਾ ਦਿੱਲੀ 'ਚ 5-6 ਸੈਂਟਰ ਹੋ ਗਏ। ਇਸ ਤਰ੍ਹਾਂ ਆਪਾਂ ਪੂਰੇ ਇੰਡੀਆ 'ਚ ਜੈਪੁਰ ਤੇ ਜੋਧਪੁਰ ਇਹ ਆਪਾਂ ਕਈ ਸੈਂਟਰ ਖੋਲਤੇ ਹੋਣੇ, ਜਲਦੀ ਲਖਨਊ ਖੁੱਲਣ ਵਾਲਾ ਹੈ ਤੇ ਮੁੰਬਈ ਖੁੱਲਵਾਣਾ ਹੈ। ਮਤਲਬ ਪੂਰੇ ਇੰਡੀਆ 10 ਸੈਂਟਰ ਹੋ ਚੁੱਕੇ ਹਿਮਸ ਦੇ। ਵੈਸੇ ਸਾਡੀ ਆਯੁਰਵੇਦ ਦੀਆਂ ਪੂਰੇ ਭਾਰਤ ਵਿੱਚ 150 ਕਲੀਨਿਕ ਵੀ ਹੈਗੀਆਂ। ਅਗਰ ਕੋਈ ਛੋਟੀ ਮੋਟੀ ਬਿਮਾਰੀ ਹੁੰਦੀ ਅਸੀਂ ਕਲੀਨਿਕ ਤੋਂ ਹੀ ਠੀਕ ਕਰ ਦਿੰਦੇ ਹਾਂ। ਦਿੱਲੀ ਸਾਡੇ 14 ਸੈਂਟਰ ਹੈਗੇ ਆ। ਇਹ ਪੂਰਾ ਕਨਸੈप्ट है दुनिया ਨੂੰ ठीक करने का। मैं ਤੁਹਾਨੂੰ दिखाना भी चाहूँगा, वो छोटा सा बच्चा है, आप इसके साथ है ना, इसको आप इनके साथ हैं? कौन है इनके? आप बैठो। ਕੀ ਹੋਇਆ? इस बच्चे को क्या दिक्कत आई है? किडनी में दिक्कत है इसकी। ये आप इस बच्चे का चेहरा भी देखो, सूजा हुआ है पूरा। ये आपने इसमें परमा कैप डलवाया, कितने दिन हो गए इसकी किडनी प्रॉब्लम को? इसकी 4 साल। 4 साल से क्या कर रहे हो आप? इलाज करवा रहे थे। डायलिसिस करा रहे थे? नहीं, डायलिसिस तो इसका 6 ही हुए बस अभी। डायलिसिस 6 शुरू हुए हैं। हाँ। तो आज तक जिनसे इलाज करा रहे थे, जहाँ जहाँ आप गए हो, कहीं भी उम्मीद बनी ठीक होने की? हर जगह आगे बिगड़ता गया ना? हाँ जी। यहाँ पे कब आए हो हमारे हॉस्पिटल में? आज 5 दिन हो गए। 5 दिन हो गए। अपने आप को इसको 5 दिन में कोई 19-21 फर्क लग रहा है आपको? लग रहा है जी। फायदा लग रहा है? इसका ये फायदा जिना तो सूजन होती और ना इतना दर्द होता इसको, पूरा पहले तो आराम। दर्द ज़्यादा होती थी और सूजन हो रही थी। ये 5 दिन हो गए आराम। तू कुछ बोलना चाहेगा? तेरे को बोल फायदा लग रहा है? बोल दे बेटा। ਕੀ ਨਾਮ ਹੈ ਬੇਟਾ? आर्यन। अच्छा, ਕੀ कुछ फायदा लग रहा है? क्या फायदा हुआ अभी? बता दे। पेट नहीं दुखता, पाँव में भी नहीं, सूजन भी नहीं है। हाँ। जी। तो अब आप देखो इस बच्चे का भविष्य क्या था। डायलिसिस करवा रहा था और इसको आगे ट्रांसप्लांट बोल देना था और मम्मी इसको किडनी दे देती। ਸੋ ਆਚਾर्य ਜੀ ਨੇ ਖੁਦ ਜਿਹੜੇ ਸਾਰੇ ਜਿਹੜੇ ਇੱਥੇ ਦੇ ਪੇਸ਼ੈਂਟ ਹੈਗੇ ਉਹਨਾਂ ਨਾਲ ਖੁਦ ਰੂਬਰੂ ਹੋਏ ਨੇ ਔਰ ਉਹਨਾਂ ਨੇ ਕਿਸ ਤਰੀਕੇ ਨਾਲ ਸਾਰਾ ਕਨਸੈਪਟ ਸਮਝਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਔਰ ਨਾਲੋਂ ਨਾਲ ਉਹਨਾਂ ਨੇ ਇਹ ਵੀ ਬੜੀ ਜ਼ਬਰਦਸਤ ਤਰੀਕੇ ਨਾਲ ਇੱਥੇ ਜਿਹੜਾ ਇੱਕ ਛੱਤ ਹੇਠਾਂ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਵੀ ਔਰ ਆਯੁਰਵੇਦ ਨੂੰ ਖਾਸ ਕਰਕੇ ਪ੍ਰਮੋਟ ਕਰਨ ਦੀ ਜਿਹੜੀ ਕਵਾਇਦ ਹੈਗੀ ਹੈ, ਜਿਹੜੀ ਰਿਵਾਜ ਉਹਨਾਂ ਨੇ ਇੱਥੋਂ ਸ਼ੁਰੂ ਕੀਤਾ ਹੈ। ਸੋ ਜਾਂਦੀ ਇੱਕ ਹੋਰ ਬੜਾ ਅਹਿਮ ਇੱਕ ਜਿਹੜੀ ਕੋਈ ਖਾਸ ਗੱਲ ਤੁਸੀਂ ਜਿਹੜੀ ਦਰਸ਼ਕਾਂ ਦੇ ਰੂਬਰੂ ਕਰਨੀ ਚਾਹੋ ਆਚਾर्य ਜੀ? ਦੁਨੀਆ ਵਿੱਚ ਤੁਹਾਨੂੰ ਇੱਕੋ ਆਦਮੀ ਠੀਕ ਕਰ ਸਕਦਾ ਹੈ, ਉਹ ਆਦਮੀ ਤੁਹਾਨੂੰ ਸ਼ੀਸ਼ਾ ਦੇਖਣ ਵਿੱਚ ਨਜ਼ਰ ਆਉਂਦਾ ਹੈ। यानी कि तुसी अपने आप ਨੂੰ खुद ठीक कर सकते हो। ਤੁਹਾਨੂੰ ਕੋਈ ਵੱਡਾ हॉस्पिटल,
ਕੋਈ ਆਪਰੇਸ਼ਨ ਕੋਈ ਸਰਜਰੀ ਦੀ ਲੋੜ ਨਹੀਂ, ਤੁਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ ਕਿਸੇ ਵੀ ਸਟੇਜ ਤੇ, ਬਸ਼ਰਤੇ ਬਸ ਤੁਹਾਨੂੰ ਸਿੱਖਣਾ ਪਏਗਾ ਕਿ ਬੋਡੀ ਕੰਮ ਕਿਵੇਂ ਕਰਦੀ ਹੈ, ਕੀ ਖਾਣਾ ਹੈ ਕੀ ਨਹੀਂ ਖਾਣਾ, ਕੀ ਜ਼ਿਆਦਾ ਖਾਣਾ ਹੈ ਕੀ ਘੱਟ ਖਾਣਾ ਹੈ, ਕੀ ਚੰਗਾ ਕੀ ਮਾੜਾ। ਮਤਲਬ ਖਾਣਾ ਤੇ ਭੋਜਨ ਦਾ ਫਰਕ, ਆਪਣੇ ਅੰਦਰ ਦੀ ਸ਼ਕਤੀ ਨੂੰ ਜਗਾਉਣ ਦਾ ਤਰੀਕਾ, ਇਹ ਅਗਰ ਤੁਸੀਂ ਸਿੱਖ ਜਾਓਗੇ ਤਾਂ ਚਾਹੇ ਕਿਡਨੀ ਫੇਲ ਹੋਵੇ, ਚਾਹੇ ਲੀਵਰ ਫੇਲ ਹੋਵੇ, ਚਾਹੇ ਕੈਂਸਰ ਹੋਵੇ, ਚਾਹੇ ਕੋਈ ਹੋਰ ਵੱਡੀ ਬਿਮਾਰੀ ਹੋਵੇ, ਚਾਹੇ ਸ਼ੂਗਰ ਬੀਪੀ ਹੋਣ, ਉਹ ਸਾਨੂੰ ਤਾਂ ਆਮ ਲੱਗਦੇ ਹੈ। ਸ਼ੂਗਰ ਬੀਪੀ ਤਾਂ ਸਾਡੇ ਵਾਸਤੇ ਇੱਕ ਸਰਦੀ ਜ਼ੁਕਾਮ ਖਾਂਸੀ ਹੈਗਾ, ਉਸ ਤਰੀਕੇ ਅਸੀਂ ਠੀਕ ਕਰ ਲੈਂਦੇ ਹਾਂ। ਪਰ ਬਹੁਤ ਸਾਰਿਆਂ ਦੀ ਜ਼ਿੰਦਗੀ ਹੈ ਜਿਹੜੀ ਸ਼ੂਗਰ ਨਹੀਂ ਖਤਮ ਕਰਤੀ ਹੈ ਜੀ ਆਚਾਰੀਆ ਜੀ। ਬਹੁਤ ਸਾਰੇ ਪਰਿਵਾਰ ਮੈਂ ਇਦਾਂ ਦੇ ਜਾਣਦਾ ਕਿ ਇੱਕ ਬੰਦੇ ਨੂੰ ਸ਼ੂਗਰ ਹੋਈ ਸੀ ਤੇ ਉਹ ਸ਼ੂਗਰ ਇਸ ਤਰ੍ਹਾਂ ਦੀ ਜੜ੍ਹਾਂ 'ਚ ਬੈਠੀ ਕਿ ਸਾਰਾ ਪਰਿਵਾਰ ਬਰਬਾਦ ਹੋ ਗਿਆ। ਲੋਕ ਨਾ ਆਪਣਾ ਖਾਣਾ ਸੈੱਟ ਕਰਨ ਨੂੰ ਤਿਆਰ ਨਹੀਂ ਤੇ ਡਾਕਟਰ ਉਹਨੂੰ ਸਿਖਾਉਣ ਨੂੰ ਤਿਆਰ ਨਹੀਂ। ਮਤਲਬ ਅੱਜ ਕੱਲ੍ਹ ਨਾ ਹਸਪੀਟਲ ਦੀ ਲੋੜ ਨਹੀਂ, ਬੇਸਿਕਲੀ ਇੰਸਟੀਟਿਊਟ ਦੀ ਲੋੜ ਹੈ, ਟ੍ਰੇਨਿੰਗ ਦੀ ਲੋੜ ਹੈ, ਜਿੱਥੇ ਲੈਕਚਰਸ ਹੋਣ, ਜਿੱਥੇ ਪੇਸ਼ੈਂਟ ਨੂੰ ਪ੍ਰੈਕਟੀਕਲ, ਜਿਵੇਂ ਹੁਣ ਤੁਹਾਨੂੰ ਦਿਖਾਊਂਗਾ ਮੈਂ ਸਾਡੇ ਇਸ ਚੰਡੀਗੜ੍ਹ ਵਾਲੇ ਹਸਪੀਟਲ ਵਿੱਚ ਹਰ ਡੇਲੀ 3 ਤੋਂ 4 ਵਜੇ 1 ਘੰਟਾ ਲੈਕਚਰ ਹੁੰਦਾ ਹੈ, ਜਿੱਥੇ ਸਿਰਫ ਲੋਕਾਂ ਨੂੰ ਪੜ੍ਹਾਇਆ ਸਿਖਾਇਆ ਜਾਂਦਾ ਕੀ ਖਾਣਾ ਹੈ ਕੀ ਨਹੀਂ ਖਾਣਾ, ਤੁਹਾਡੀ ਬਿਮਾਰੀ ਕਿਵੇਂ ਹੀਲ ਹੋ ਸਕਦੀ ਹੈ, ਤੁਹਾਨੂੰ ਕੀ ਟੈਸਟ ਕਰਾਣੇ ਹੈ, ਕੀ ਰਿਪੋਰਟਾਂ ਕਰਾਉਣੀਆਂ ਹੈ। ਹੁਣ ਜਿਵੇਂ ਮੈਂ ਤੁਹਾਨੂੰ ਇੱਕ ਰਿਪੋਰਟ ਦਿਖਾਉਣਾ ਚਾਹੁੰਦਾ, ਇਹ ਪੇਸ਼ੈਂਟ ਹੈ 28 ਸਾਲ ਦੀ ਕੁੜੀ ਹੈ, ਮੈਂ ਨਾਮ ਨਹੀਂ ਲੈਂਦਾ, 8 ਫਰਵਰੀ ਨੂੰ ਚੈੱਕ ਕਰਾਇਆ ਪਹਿਲਾਂ, ਇਹਦੀ ਕਿਡਨੀ ਫੇਲ ਸੀਗੀ, ਕਿਡਨੀ ਫੇਲ ਕਰਕੇ ਇਹਨੇ ਟ੍ਰਾਂਸਪਲਾਂਟ ਕਰਾ ਲਿਆ, ਮਤਲਬ ਦੂਜੀ ਕਿਡਨੀ ਲੱਗ ਗਈ, ਦੂਜੀ ਕਿਡਨੀ ਲੱਗਣ ਤੋਂ ਬਾਅਦ ਦੂਜੀ ਕਿਡਨੀ ਵੀ ਵੈਕਸੀਨ ਲਗਵਾਉਣ ਤੋਂ ਫੇਲ ਹੋ ਗਈ, ਇਹਦੀ ਕਿਡਨੀ 14 ਪੈਸੇ ਕੰਮ ਕਰਨ ਲੱਗ ਗਈ। ਇਹ ਰਿਪੋਰਟ ਹੈ 8 ਫਰਵਰੀ 2022 ਦੀ। ਹੁਣ ਤੁਸੀਂ ਦੇਖੋ ਸਿਰਫ 15 ਦਿਨ ਕੁੜੀ ਨੇ ਇੱਥੇ ਲਗਾਏ, 28 ਸਾਲ ਦੀ ਕੁੜੀ ਹੈ, ਹਿਮਾਚਲ ਤੋਂ ਆਈ ਸੀ, ਤੇ ਇਹਦੀ ਕਿਡਨੀ 23 ਫਰਵਰੀ ਨੂੰ 23 ਪੈਸੇ ਹੋ ਗਈ, ਮਤਲਬ 14 ਪੈਸੇ ਵਾਲੀ ਕਿਡਨੀ 23 ਪੈਸੇ ਹੋ ਗਈ ਸਿਰਫ 15 ਦਿਨਾਂ ਦੇ ਅੰਦਰ। ਬਹੁਤ ਵੱਡੀ ਗੱਲ। ਜਦਕਿ ਇਹਦੀ ਮੰਮੀ ਨੇ ਕਿਡਨੀ ਦਿੱਤੀ ਸੀ, ਦੂਜੀ ਕਿਡਨੀ ਵੀ ਫੇਲ ਹੋ ਗਈ। ਮੈਂ ਸਭ ਨੂੰ ਕਹਿਣਾ ਚਾਹਾਂਗਾ ਤੁਸੀਂ ਟ੍ਰਾਂਸਪਲਾਂਟ ਨਾ ਕਰਾਇਆ ਕਰੋ, ਉਹ ਫਿਰ ਫੇਲ ਹੋ ਜਾਂਦੇ ਆ। ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਲੋਕਾਂ ਨੂੰ ਫਿਰ ਭਟਕਣਾ ਪੈਂਦਾ ਹੈ, ਜਦਕਿ ਤੁਹਾਡੀ ਆਪਣੀ ਕਿਡਨੀ ਨੂੰ ਠੀਕ ਬੋਡੀ ਜਲਦੀ ਕਰੂਗੀ, ਆਪਣੀ ਕਿਡਨੀ ਆਪਣੇ ਲੀਵਰ ਨੂੰ। ਤੁਸੀਂ ਵਿੱਚੇ ਪੇਸ਼ੈਂਟ ਨੂੰ ਦਿਖਾਇਆ ਨਾ ਜਿੰਦਾ ਲੀਵਰ ਫੇਲ ਸੀ, ਹੁਣ ਕਿਡਨੀ ਫੇਲ ਹੈ। ਇਹ ਸਾਰੇ ਲੋਕਾਂ ਨੂੰ ਸਮਝਣਾ ਪਊਗਾ ਕਿ ਅੱਜ ਪੂਰੇ ਭਾਰਤ ਵਿੱਚ ਆਯੁਰਵੇਦ ਤੇ ਨੈਚੁਰੋਪੈਥੀ ਦੀ ਲੋੜ ਹੈ, ਜਿਹੜੀ ਬੋਡੀ ਨੂੰ ਹੀਲਿੰਗ ਸਿਖਾਉਂਦੀ ਹੈ। ਇਹ ਮਾਡਰਨ ਪੈਥੀ ਜਿਹਨੂੰ ਆਪਾਂ ਸਿਰ ਤੇ ਚੜਾ ਲਿਆ, ਇਹ ਓਨੀ ਕਾਰਗਰ ਹੈ ਨਹੀਂ ਜਿੰਨਾ ਆਪਾਂ ਕਹਿੰਦੇ ਆ। ਇਹ ਪੈਥੀ ਅਲੱਗ ਤਰੀਕੇ ਕੰਮ ਕਰਦੀ ਹੈ। ਅੰਗਰੇਜ਼ਾਂ ਨੇ ਸੱਚੀ ਦੱਸਾਂ ਤਾਂ ਭਾਰਤ ਨੂੰ ਲੁੱਟਣ ਵਾਸਤੇ ਤੇ ਗੁਲਾਮ ਕਰਨ ਵਾਸਤੇ ਬਣਾਈ ਸੀ, ਤੇ ਅੱਜ ਤੱਕ ਉਹ ਪੂਰੀ ਦੁਨੀਆ ਚੱਲੀ ਜਾ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਲਈ, ਔਰ ਆਪਣਾ ਹਸਪੀਟਲ ਬੜੇ ਢੰਗ ਨਾਲ ਸੁਚੱਜੇ ਢੰਗ ਨਾਲ ਦਿਖਾਉਣ ਲਈ ਤੁਹਾਡਾ ਆਚਾਰੀਆ ਜੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਇਹ ਸਨ ਆਚਾਰੀਆ ਮਨੀਸ਼ ਜੀ, ਜਿਨ੍ਹਾਂ ਨੇ ਬੜੇ ਹੀ ਬਿਹਤਰੀਨ ਢੰਗ ਨਾਲ ਔਰ ਸਾਫ਼ ਔਰ ਬਿਲਕੁਲ ਸਪਸ਼ਟ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਇਸ ਹਿਮਸ ਹਸਪੀਟਲ ਤੇ ਇੰਸਟੀਚਿਊਟ ਦੇ ਵਿੱਚ ਬਕਾਇਦਗੀ ਨਾਲ ਲੋਕਾਂ ਨੂੰ ਸਮਝਾਇਆ ਜਾਂਦਾ ਕਿ ਖੁਦ ਨੂੰ ਕਿਵੇਂ ਠੀਕ ਕਰਨਾ, ਔਰ ਜੇਕਰ ਕੋਈ ਬਿਮਾਰੀ ਤੁਹਾਨੂੰ ਆਉਂਦੀ ਹੈ ਤਾਂ ਉਹਦਾ ਇਲਾਜ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਧਰਤੀ ਮਾਂ ਦੇ ਜ਼ਰੀਏ ਕਿਵੇਂ ਕੀਤਾ ਜਾ ਸਕਦਾ ਹੈ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਡੇਰਾਬੱਸੀ।